ਸ੍ਰੀ ਵਾਹਿਗੁਰੂ ਜੀ। ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨ ਕੇ ਹਰ ਗੋਬਿੰਦ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ परम कृपाला जी परम कृपाला श्री गुरु गोबिंद सिंह विशाला तरु तरा पर पुन पुन सीसा जी पुन पुन सीसा बार बार जगदीसा कंकार सतगुरु तेह प्रसाद सच होए वाहे गुरु जी की फतेह है बेगन बिनासन सोए वाहे गुरु जी की फतेह है बेगन बिनासन सोए। सतनाम श्री वाहिगुरु साहिब जी दोहरा देखियो बड़ो कसूत को गुर की जबरी बात पंथ खालसा मिटत न है वदत जात अवदात। वाहिगुरु जी का खालसा वाहिगुरु जी की फतेह। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਕੀਮਤੀ ਦੁਰਲਭ ਸਵਾਸ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਧੁਰਕੀ ਬਾਣੀ ਦੇ ਅਕਾਲੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਕਥਾ ਗੁਰੂ ਕਲਗੀਧਰ ਜੀ ਦੇ ਪਾਵਨ ਇਤਿਹਾਸ ਦੀ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਹਾਰ ਖਾ ਕੇ ਦੁਸ਼ਮਣ ਦਲ ਦੀ ਫੌਜ ਔਰੰਗਜ਼ੇਬ ਬਾਦਸ਼ਾਹ ਕੋਲ ਪਹੁੰਚੀ। ਔਰੰਗੇ ਕੋਲ ਜਾ ਕੇ ਇਹਨਾਂ ਨੇ ਆਪਣਾ ਦੁੱਖ ਰੋਇਆ। ਕਾਜ਼ੀਆਂ ਮੌਲਵੀਆਂ ਦੀ ਮੀਟਿੰਗ ਸੱਦ ਕੇ ਔਰੰਗੇ ਨੇ ਉਹਨਾਂ ਦੀ ਸਲਾਹ ਲਈ ਕੀ ਕੀਤਾ ਜਾਏ। ਸਲਾਹ ਇਹ ਕੀਤੀ ਕਿ ਗੁਰੂ ਜੀ ਨੂੰ ਆਪਣੇ ਕੋਲ ਸੱਦੀਏ।
ਬਾਦਸ਼ਾਹ ਨੇ ਆਪਣੇ ਵੱਲੋਂ ਪਰਵਾਨਾ ਜਾਰੀ ਕੀਤਾ। ਉਹਦੇ 'ਚ ਆਪਣੀਆਂ ਬਾਦਸ਼ਾਹੀ ਦੀਆਂ ਟਾਰਾਂ ਮਾਰੀਆਂ ਕਿ ਤੁਸੀਂ ਮੇਰੇ ਕੋਲ ਆਓ, ਮੇਰੇ ਅਧੀਨ ਹੋ ਕੇ ਪੀਰੀ ਕਰੋ, ਕਿਉਂਕਿ ਮੇਰੇ ਅਧੀਨ ਬੜੇ ਬੜੇ ਵੱਡੇ ਪੀਰ ਤੇ ਮੀਰ ਨੇ, ਤੇ ਮੈਨੂੰ ਜਿਹੜੀ ਇਹ ਪਾਤਸ਼ਾਹੀ ਮਿਲੀ ਹੈ ਇਹ ਖੁਦਾ ਦੀ ਦਿੱਤੀ ਹੋਈ ਹੈ। ਪਰਵਾਨਾ ਸਤਿਗੁਰਾਂ ਕੋਲ ਪਹੁੰਚਿਆ। ਕਲਗੀਧਰ ਜੀ ਨੇ ਉਹਦਾ ਜਵਾਬ ਭੇਜਿਆ। ਆਖਿਆ ਔਰੰਗਜ਼ੇਬ, ਜਿਹੜੇ ਪਾਤਸ਼ਾਹ ਨੇ, ਜਿਹੜੇ ਖੁਦਾ ਨੇ ਤੈਨੂੰ ਪਾਤਸ਼ਾਹੀ ਤੇਰੇ ਵੱਡਿਆਂ ਨੂੰ ਦਿੱਤੀ ਹੈ, ਉਸੇ ਖੁਦਾ ਨੇ ਸਾਨੂੰ ਭੇਜਿਆ। ਜਿਸ ਖੁਦਾ ਨੇ ਤੈਨੂੰ ਪਾਤਸ਼ਾਹੀ ਦਿੱਤੀ ਆ, ਉਸੇ ਖੁਦਾ ਨੇ ਸਾਨੂੰ ਭੇਜਿਆ ਕਿ ਤੇਰੇ ਕੋਲੋਂ ਪਾਤਸ਼ਾਹੀ ਲੈਣੀ ਹੈ, ਖੋਣੀ ਹੈ, ਤੂੰ ਇਹਦੇ ਲਾਇਕ ਨਹੀਂ। ਪਾਤਸ਼ਾਹਾਂ ਦਾ ਕੰਮ ਹੁੰਦਾ ਹੈ ਇਨਸਾਫ ਕਰਨਾ, ਹੱਕ ਨਿਰਹੱਕ ਦਾ ਫੈਸਲਾ ਕਰਨਾ, ਪਰ ਤੂੰ ਬੇਅਦਲੀ ਕਰ ਰਿਹਾ ਹੈ। ਔਰੰਗਜ਼ੇਬ ਨੇ ਜਿਸ ਵਕਤ ਸਤਿਗੁਰਾਂ ਦਾ ਜਵਾਬ ਪੜ੍ਹਿਆ ਤੇ ਸੁਣ ਕੇ ਇਹਦਾ ਹਿਰਦਾ ਪਾਪੀ ਦਾ ਸੜਬੜ ਗਿਆ, ਅੱਗੇ ਹੀ ਸੜਿਆ ਹੋਇਆ ਸੀ। ਈਰਖਾ ਤੇ ਦਵੈਸ਼ ਦੀ ਅੱਗ 'ਚ ਕ੍ਰਿਜਦਾ ਸੀ। ਇਹ ਗੁਰੂ ਮਾਰਿਆ ਹੋਇਆ ਨੁਰੰਗਾ, ਤਦੇ ਅੱਜ ਤੱਕ ਵੀ ਸਿੰਘ ਇਸ ਪਾਪੀ ਨੂੰ ਪਾਪੀ ਕਹਿ ਕੇ ਸੰਬੋਧਨ ਕਰਦੇ। ਮਾਰਿਆ ਨੁਰੰਗਾ ਤੁਰਕੜਾ, ਵੱਡੋ ਹੰਕਾਰਾ। ਖਾਲਸੇ ਨੇ ਇਸ ਪਾਪੀ ਨੂੰ ਮਾਰਿਆ, ਤਲਵਾਰ ਨਾਲ ਨਹੀਂ, ਕਲਗੀਧਰ ਨੇ ਸ਼ਬਦ ਨਾਲ ਹੀ ਮਾਰਿਆ ਇਸ ਪਾਪੀ ਨੂੰ। ਆਓ ਮਹਾਰਾਜ ਗੁਰੂ ਕਲਗੀਧਰ ਜੀ ਦੇ ਪਵਿੱਤਰ ਇਤਿਹਾਸ ਦੀ ਕਥਾ ਸਰਵਣ ਕਰੀਏ, ਕਿਉਂਕਿ ਇੱਧਰ ਪਹਾੜੀ ਰਾਜਿਆਂ ਨੂੰ ਵੀ ਹੁਣ ਪਿੱਛੂ ਪਏ ਹੋਏ ਨੇ, ਸਤਿਗੁਰਾਂ ਦੇ ਬਰਖਲਾਫ ਚੱਲ ਰਹੇ ਨੇ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦੇਖਿਓ ਬਡੋ ਕਸੂਤ ਕੋ, ਗੁਰ ਕੀ ਜਬਰੀ ਬਾਤ। ਪਹਾੜੀਆਂ ਨੇ ਵੇਖਿਆ ਕਿ ਬੜਾ ਕਸੂਤ ਕੰਮ ਹੋ ਗਿਆ, ਕਿ ਅਸੀਂ ਸੈਦ ਖਾਨ ਦੀ ਮਦਦ ਵਾਸਤੇ ਨਾਲ ਗਏ ਸੀ। ਸੈਦ ਖਾਨ ਗੁਰੂ ਸਾਹਿਬ ਦਾ ਮੁਰੀਦ ਹੋ ਕੇ ਪਤਾ ਨਹੀਂ ਕਿੱਥੇ ਚਲਾ ਗਿਆ। ਬਾਕੀ ਫੌਜਾਂ ਦਿੱਲੀ ਪਹੁੰਚ ਗਈਆਂ ਵਾਪਸ। ਇਹ ਕਸੂਤ ਕਾਰਜ ਹੋ ਗਿਆ। ਹੁਣ ਗੁਰੂ ਸਾਹਿਬ ਜੀ ਦੀ ਸਾਡੇ ਤੇ ਜਬਰੀ ਹੋਵੇਗੀ। ਪੰਥ ਖਾਲਸਾ ਮਿਟਤ ਨਹਿ, ਵਧਤ ਜਾਤ ਅਵਦਾਤ। ਗੁਰੂ ਜੀ ਨੇ ਜਿਹੜਾ ਪੰਥ ਖਾਲਸਾ ਸਾਜਿਆ, ਉਹ ਪੰਥ ਖਾਲਸਾ ਮਿਟਦਾ ਨਹੀਂ, ਖਤਮ ਨਹੀਂ ਹੁੰਦਾ। ਸਗੋਂ ਅਸੀਂ ਯਤਨ ਕਰਦੇ ਹਾਂ ਮਿਟਾਉਣ ਦਾ, ਉਹ ਅੱਗੇ ਹੋਰ ਵੱਧਦਾ ਜਾਂਦਾ ਤੇ ਹੋਰ ਪ੍ਰਗਟ ਹੁੰਦਾ ਚਲਿਆ ਜਾਂਦਾ, ਹੋਰ ਵੱਧਦਾ ਜਾਂਦਾ ਤੇ ਹੋਰ ਪ੍ਰਗਟ ਹੁੰਦਾ ਚਲਿਆ ਜਾਂਦਾ। ਚੌਪਈ ਭੀਮ ਚੰਦ ਦੁਖ ਪਾਏ ਕਨੇਰਾ। ਰਾਜਾ ਭੀਮ ਚੰਦ ਕਹਿਲੂਰੀ ਬੜਾ ਡਾਢਾ ਦੁਖੀ ਹੈ। ਗ੍ਰਾਮ ਉਜਾਰੇ ਬਹੁ ਬਲ ਹੇਰਾ। ਵੇਖਦਾ ਕਿ ਹੁਣ ਸਿੰਘ ਆ ਕੇ ਇਹਦੀ ਕਰਨੀ ਦਾ ਇਹਨੂੰ ਦੰਡ ਦਿੰਦੇ ਨੇ, ਇਹਦੇ ਪਿੰਡਾਂ ਨੂੰ ਉਜਾੜਦੇ ਨੇ। ਜਿਹੜੇ ਭੀਮ ਚੰਦ ਦੀ ਧੌਂਸ ਦਿੰਦੇ ਸੀ, ਇਹਦੇ ਰਿਸ਼ਤੇਦਾਰਾਂ ਦੇ ਨਗਰ ਸਨ, ਉਹਨਾਂ ਨਗਰਾਂ ਨੂੰ ਜਾ ਕੇ ਖਾਲਸਾ ਸੋਧਾ ਲਾਉਂਦਾ ਹੈ। ਗੁਰੂ ਸੂਰਮਾ ਰਣ ਪ੍ਰਿਯ ਹੈ। ਜਾਣਦਾ ਹੈ ਭੀਮ ਚੰਦ ਕਿ ਗੁਰੂ ਜੀ ਬੜੇ ਸੂਰਮੇ ਨੇ, ਔਰ ਜੰਗ ਨਾਲ ਪਿਆਰ ਕਰਨ ਵਾਲੇ
ਰਣ ਭੂਮੀ ਨਾਲ ਪਿਆਰ ਕਰਨ ਵਾਲੇ ਨੇ, ਰਣ ਭੂਮੀ ਤੋਂ ਕਦੇ ਪਿੱਛੇ ਨਹੀਂ ਹਟਣ ਵਾਲੇ। ਸਦਾ ਜੰਗ ਚਿਤ ਚਾਹਤ ਉਹ ਰਹੈ। ਹਮੇਸ਼ਾ ਧਰਮ ਯੁੱਧ ਚਾਹੁੰਦੇ ਨੇ, ਹਮੇਸ਼ਾ ਜੰਗ ਲੜਨ ਦੀ ਕਾਂਖਾ ਰੱਖਦੇ ਹਨ। ਭਇਓ ਬੇਬਸ ਕੁਛ ਜਤਨ ਨਾ ਜਾਣਿਓ। ਭੀਮ ਚੰਦ ਬੇਵਸ ਹੋ ਗਿਆ, ਹੁਣ ਕੋਈ ਇਹਨੂੰ ਯਤਨ ਨਹੀਂ ਸੁਝਦਾ, ਕੀ ਕਰਾਂ। ਹੋਨ ਪੁਕਾਰੂ ਮਿਲ ਮਤ ਠਾਨਿਓ। ਇਹਨਾਂ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ ਕਿ ਆਪਾਂ ਹੁਣ ਦਿੱਲੀ ਦਰਬਾਰ ਵਿੱਚ ਜਾ ਕੇ ਪਹੁੰਚ ਕੇ ਪੁਕਾਰ ਕਰੀਏ। ਅੱਗੇ ਤਾਂ ਆਪਣੇ ਵਜ਼ੀਰ ਵਗੈਰਾ ਭੇਜਦੇ ਸੀ, ਹੁਣ ਕਹਿੰਦੇ ਆਪ ਚੱਲ ਕੇ ਪੁਕਾਰ ਕਰੀਏ, ਆਪਣਾ ਦੁੱਖ ਰੋਈਏ ਦਿੱਲੀ ਜਾ ਕੇ। ਸਭ ਰਾਜਨਨੀ ਕੀ ਮਨ ਮਾਨੀ। ਸਾਰੇ ਰਾਜਿਆਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਮੰਨ ਲਿਆ ਵੀ ਇਹੀ ਠੀਕ ਹੈ। ਆਪਾਂ ਨੂੰ ਦਿੱਲੀ ਦਰਬਾਰ 'ਚ ਜਾ ਕੇ ਨਵਾਬ ਅੱਗੇ, ਸੂਬੇਦਾਰ ਅੱਗੇ ਪੁਕਾਰ ਕਰਨੀ ਚਾਹੀਦੀ ਹੈ। ਲੈ ਕਰ ਧਨ ਗਨ ਤਿਆਰੀ ਠਾਨੀ। ਇਹਨਾਂ ਨੇ ਬਹੁਤ ਸਾਰਾ ਧਨ ਉਹਨਾਂ ਮਲੇਛਾਂ ਨੂੰ ਦੇਣ ਵਾਸਤੇ ਤਿਆਰੀ ਕਰ ਲਈ, ਗੁਰੂ ਸਾਹਿਬ ਜੀ ਦੇ ਬਰਖਲਾਫ ਪੁਕਾਰ ਕਰਨ ਵਾਸਤੇ। ਦੋਹਰਾ ਭੀਮ ਚੰਦ ਕਹਿ ਲੂਰੀਆ ਲੀਨ ਹੰਡੂਰੀ ਨਾਲ। ਰਾਜੇ ਭੀਮ ਚੰਦ ਕਹਿਲੂਰੀ ਨੇ ਆਪਣੇ ਨਾਲ ਆਪਣੇ ਸਾਥੀ ਰਾਜੇ ਹੰਡੂਰੀਏ ਨੂੰ ਵੀ ਲੈ ਲਿਆ। ਕਰੇ ਕੂਚ ਦਰ ਕੂਚ ਕੋ ਦਿੱਲੀ ਗਏ ਉਤਾਲ। ਉਹਦੇ ਤੋਂ ਇਲਾਵਾ ਇੱਕ ਦੋ ਹੋਰ ਜਿਹੜੇ ਮੁਖੀ ਰਾਜੇ ਸਨ, ਉਹਨਾਂ ਨੂੰ ਨਾਲ ਲੈ ਕੇ ਇਹ ਚੱਲ ਪਏ। ਕੂਚ ਦਰ ਕੂਚ ਕਰਦਿਆਂ, ਰਸਤੇ 'ਚ ਮਜਲ ਕਰਦਿਆਂ ਇਹ ਦਿੱਲੀ ਪਹੁੰਚੇ ਹਨ। ਚੌਪਈ ਦੇ ਕਰ ਭੇਟ ਬਹੁਤ ਬਿਦਨਾਨਾ। ਕਈ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ, ਕਈ ਤਰ੍ਹਾਂ ਦੇ ਤੋਹਫੇ ਲੈ ਕੇ ਆ ਕੇ ਮਿਲੇ ਹਨ। ਗਰੀਬ ਨਿਵਾਏ ਸਲਾਮ ਬਖਾਨਾ। ਆ ਕੇ ਇਹਨਾਂ ਨੇ ਦਿੱਲੀ ਦਾ ਜਿਹੜਾ ਸੂਬੇਦਾਰ ਸੀ ਉਹਦੇ ਕੋਲ ਆ ਕੇ ਸੀਸ ਝੁਕਾ ਕੇ ਸਲਾਮ ਕੀਤੀ ਹੈ। 7 ਵਾਰੀ ਝੁਕ ਕੇ ਸਜਦਾ ਕੀਤੀ ਲਾਨਤੀਆਂ ਨੇ। ਮਿਲ ਸੂਬੇ ਸੰਗ ਅਰਜ਼ ਗੁਜਾਰੀ। ਸੂਬੇਦਾਰ ਨਾਲ ਮਿਲ ਕੇ ਇਹਨਾਂ ਨੇ ਆਪਣੇ ਆਉਣ ਦਾ ਕਾਰਨ ਤੇ ਅਰਜ਼ ਕੀਤੀ। ਇੱਕ ਹਜ਼ਰਤ ਹੈ ਓਟ ਹਮਾਰੀ। ਕਹਿਣ ਲੱਗੇ ਸੂਬੇਦਾਰ ਜੀ, ਸਾਡੀ ਓਟ ਕੇਵਲ ਇੱਕ ਹਜ਼ਰਤ ਜਹਾਂ ਪਨਾ ਬਾਦਸ਼ਾਹ ਔਰੰਗਜ਼ੇਬ ਹੈ। ਬਹੁ ਸੰਮਤ ਬੀਤੇ ਚੜ ਗਇਓ। ਬੜੇ ਸਾਲ ਬੀਤ ਗਏ ਨੇ ਬਾਦਸ਼ਾਹ ਸਲਾਮਤ ਨੂੰ ਦਿੱਲੀੋਂ ਚੱਲ ਕੇ ਗਿਆ ਹੋਇਆ। ਉਹ ਦਿੱਲੀ ਛੱਡ ਕੇ ਉਧਰ ਦੱਖਣ ਦਿਸ਼ਾ ਵੱਲ ਗਏ ਹੋਏ ਨੇ। ਆਪਣੇ ਥਾਨ ਤੁਮੇ ਕਰ ਦਿਓ। ਔਰ ਆਪਣੀ ਜਗ੍ਹਾ ਤੇ ਉਹਨਾਂ ਨੇ ਤੁਹਾਨੂੰ ਇੱਥੇ ਦਿੱਲੀ ਦੀ ਸੂਬੇਦਾਰੀ ਬਖਸ਼ੀ ਹੋਈ ਹੈ। ਦਿੱਲੀ ਦਾ ਸਾਰਾ ਪ੍ਰਬੰਧ ਤੁਹਾਡੇ ਅਧੀਨ ਕੀਤਾ ਹੋਇਆ ਹੈ। ਜਾਂ ਤੇ ਹਮਰੇ ਹੋ ਰਖਵਾਰੇ। ਇਸ ਕਰਕੇ ਅਸੀਂ ਜੇ ਕੋਈ ਦੁੱਖ ਰੋਣਾ ਤੇ ਤੁਹਾਡੇ ਅੱਗੇ ਹੀ ਰੋ ਸਕਦੇ ਹਾਂ। ਤੁਸੀਂ ਸਾਡੇ ਰਖਵਾਲੇ ਹੋ, ਤੁਸੀਂ ਸਾਡੀ ਰੱਖਿਆ ਕਰਨੀ ਹੈ। ਜ਼ੋਰ ਜ਼ੁਲਮ ਕੋ ਕਰ ਹੈ ਨਿਰਵਾਰੇ। ਤੁਸੀਂ ਜ਼ੋਰ ਤੇ ਜ਼ੁਲਮ ਨੂੰ ਨਿਵਾਰਨ ਵਾਲੇ ਹੋ। ਪਾਪੀਓ, ਇਹ ਜ਼ੋਰ ਜ਼ੁਲਮ ਨਿਵਾਰਨ ਵਾਲੇ ਨੇ ਕਿ ਜ਼ੋਰ ਜ਼ੁਲਮ ਕਰਨ ਵਾਲੇ ਨੇ? ਜ਼ੋਰ ਤੇ ਜ਼ੁਲਮ ਨੂੰ ਨਿਵਾਰਨ ਵਾਲੇ ਕਲਗੀਧਰ ਜੀ ਨੇ, ਤੇ ਜਿਹੜੇ ਜ਼ੋਰ ਤੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਕੋਲ ਜਾ ਕੇ ਕਹਿ ਰਹੇ ਨੇ ਜੀ ਤੁਸੀਂ ਨਿਵਾਰੋ ਜ਼ੋਰ ਜ਼ੁਲਮ ਨੂੰ। ਇਹੋ ਜਿਹੇ ਲਾਹਨਤੀ ਨੇ ਪਹਾੜੀ ਰਾਜੇ ਜਿਨ੍ਹਾਂ ਦੀ ਮੱਤ ਤੇ ਅਕਲ ਤੇ ਪੜਦਾ ਪਿਆ ਹੋਇਆ। ਸੂਬੇਦਾਰ ਨੂੰ ਕਹਿੰਦੇ ਜੀ ਤੁਸੀਂ ਸਾਡੇ ਤੇ ਹੁੰਦਾ ਜ਼ੋਰ ਤੇ ਜ਼ੁਲਮ ਜਿਹੜਾ ਉਹਨੂੰ ਨਿਵਾਰਨ ਵਾਲੇ ਹੋ, ਦੂਰ ਕਰਨ ਵਾਲੇ ਹੋ। ਆਗੇ ਤੁਮ ਹੋ ਹਿਮਾਇਤ ਕਰੀ। ਅੱਗੇ ਵੀ ਤੁਸੀਂ ਸਾਡੀ ਹਿਮਾਇਤ ਕੀਤੀ ਹੈ ਕਈ ਵਾਰ, ਕਈ ਵਾਰ ਤੁਸੀਂ ਸਾਡੀ ਪਹਿਲਾਂ ਵੀ ਮਦਦ ਕੀਤੀ ਹੈ। 10,000 ਸੈਨਾ ਬਲ ਭਰੀ। ਕੁਝ ਸਮਾਂ ਪਹਿਲਾਂ ਤੁਸੀਂ 10,000 ਸਿਪਾਹੀਆਂ ਦੀ ਫੌਜ ਸਾਡੀ ਮਦਦ ਵਾਸਤੇ ਭੇਜੀ ਸੀ। ਪਾਠੇ ਉਪਰਾਲਾ ਕੀਨ ਹਮਾਰਾ। ਔਰ ਉਸ ਫੌਜ ਨੂੰ ਭੇਜ ਕੇ ਸਾਡੇ ਲਈ ਉਪਰਾਲਾ ਕੀਤਾ ਸੀ। ਮਚਿਓ ਜੁੱਧ ਦਾਰੁਨ ਤਿਸ ਬਾਰਾ। ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਜੀ ਨਾਲ ਬੜਾ ਭਿਆਨਕ ਗਹਿ ਗੱਚ ਜੰਗ ਹੋਇਆ ਸੀ, ਯੁੱਧ ਹੋਇਆ ਸੀ। ਪੁਨ ਸਿਰੰਦ ਕੋ ਸੂਬਾ ਗਇਓ। ਫਿਰ ਤੁਸੀਂ ਸੂਬੇ ਸਰਹੰਦ ਦੀ ਡਿਊਟੀ ਲਾਈ ਵਜੀਦੇ ਦੀ, ਉਹਨੇ ਵੀ ਆ ਕੇ ਸਾਡੀ ਮਦਦ ਕੀਤੀ। ਉਹਨੇ ਵੀ ਗੁਰੂ ਜੀ ਤੇ ਫੌਜ ਲਿਜਾ ਕੇ ਹਮਲਾ ਕੀਤਾ। ਲੜ ਕਰ ਗੁਰ ਸਰਤਾ ਤਟ ਲਿਓ। ਉਹਨੇ ਵੀ ਲੜ ਕੇ ਗੁਰੂ ਜੀ ਦੇ ਪਾਸ ਜਾ ਕੇ ਦਰਿਆ ਦਾ ਕਿਨਾਰਾ ਮੱਲ ਲਿਆ। ਸੁਨ ਸੂਬੇ ਗਿਰਪਤ ਸਮਝਾਏ। ਔਰ ਉਸ ਵੇਲੇ ਸਾਰੇ ਪਹਾੜੀ ਰਾਜਿਆਂ ਨੇ ਸੂਬੇਦਾਰ ਨਾਲ ਗੱਲਬਾਤ ਕੀਤੀ। ਸ਼ਾਹੋ ਨਿਕਟ ਗਮਨ ਬਨ ਆਏ। ਤੂੰ ਸੂਬੇਦਾਰ ਜੀ
ਦਿੱਲੀ ਦੇ ਸੂਬੇਦਾਰ ਜੀ ਹੁਣ ਤੁਸੀਂ ਸਾਡੀ ਮਦਦ ਕਰੋ। ਜਦੋਂ ਇਹ ਗੱਲਬਾਤ ਦਿੱਲੀ ਦੇ ਨਵਾਬ ਨੇ ਸੂਬੇਦਾਰ ਨੇ ਸੁਣੀ, ਕਹਿਣ ਲੱਗਾ ਵੀ ਸੱਜਣੋ ਤੁਸੀਂ ਆਪਣਾ ਜੇ ਦੁੱਖ ਰੋਣਾ ਤੇ ਬਾਦਸ਼ਾਹ ਕੋਲ ਜਾ ਕੇ ਰੋਵੋ। ਮੈਂ ਤਾਂ 2-3 ਵਾਰੀ ਫੌਜ ਭੇਜ ਚੁੱਕਾ, ਪਰ ਤੁਸੀਂ ਗੁਰੂ ਜੀ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਜਾ ਕੇ ਜੰਗ ਕਰਕੇ ਉਹਨਾਂ ਨੂੰ ਨਹੀਂ ਜਿੱਤ ਸਕੇ, ਵੀ ਹੁਣ ਮੇਰੇ ਵੱਸ ਦੀ ਗੱਲ ਨਹੀਂ ਹੈ। ਤੁਸੀਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰੋ, ਇਹ ਮੇਰੀ ਤੁਹਾਨੂੰ ਸਲਾਹ ਹੈ। ਮੈਂ ਲਿਖ ਪਠੋ ਸਕਲ ਅਹਿਵਾਲ। ਮੈਂ ਤੁਹਾਡੀ ਸਿਫਾਰਿਸ਼ ਲਿਖ ਕੇ ਭੇਜ ਦਿੰਨਾ ਬਾਦਸ਼ਾਹ ਕੋਲ। ਤੁਹਾਡਾ ਸਾਰਾ ਅਹਿਵਾਲ ਜੋ ਤੁਸੀਂ ਆ ਕੇ ਆਖਿਆ ਇਹ ਮੈਂ ਚਿੱਠੀ ਵਿੱਚ ਲਿਖ ਕੇ ਬਾਦਸ਼ਾਹ ਕੋਲ ਤੁਹਾਡੇ ਨਾਲ ਭੇਜ ਦਿੰਨਾ। ਜ਼ੁਲਮੀ ਤੁਮ ਪਰ ਹੋਤ ਕਮਾਲ। ਮੈਂ ਲਿਖਾਂਗਾ ਬਾਦਸ਼ਾਹ ਨੂੰ ਕਿ ਗੁਰੂ ਜੀ ਤੁਹਾਡੇ ਤੇ ਬੜੇ ਜ਼ੁਲਮ ਕਰ ਰਹੇ ਨੇ, ਗੁਰੂ ਜੀ ਇਹਨਾਂ ਤੇ ਜ਼ੁਲਮ ਕਰ ਰਹੇ ਨੇ। ਵੇਖੋ ਕੈਸੀ ਹੈਰਾਨੀ, ਕਲੀ ਕਾਲ ਦਾ ਸਮਾਂ। ਸਤਿਗੁਰੂ ਜੀ ਜ਼ੁਲਮ ਦੇ ਖਿਲਾਫ ਲੜ ਰਹੇ ਨੇ, ਪਰ ਝੂਠੀਆਂ ਬਾਤਾਂ, ਕਿਉਂਕਿ ਦੁਸ਼ਮਣ ਨੇ ਤਾਂ ਹਮੇਸ਼ਾ ਅਣਹੋਈ ਬਾਤ ਕਰਨੀ ਹੁੰਦੀ ਹੈ। ਕਹਿੰਦੇ ਅਸੀਂ ਲਿਖ ਕੇ ਭੇਜਦੇ ਹਾਂ ਬਾਦਸ਼ਾਹ ਕੋਲ ਤੁਹਾਡੀ ਸਿਫਾਰਿਸ਼ ਕਰਕੇ ਕਿ ਗੁਰੂ ਜੀ ਤੁਹਾਡੇ ਤੇ ਜ਼ੁਲਮ ਕਰ ਰਹੇ ਹਨ। ਤਹਤੇ ਹੁਕਮ ਲਿਹੋ ਬਹੁ ਦਲ ਕੋ। ਤੁਸੀਂ ਬਾਦਸ਼ਾਹ ਦੇ ਕੋਲੋਂ ਪਰਵਾਨਾ ਲੈ ਲਓ, ਹੁਕਮਨਾਮਾ ਲੈ ਲਓ, ਜਿਹਦੇ ਵਿੱਚ ਬਾਦਸ਼ਾਹ ਲਿਖ ਕੇ ਦੇ ਦੇਵੇ ਕਿ ਅਣਗਿਣਤ ਫੌਜਾਂ ਲੈ ਕੇ ਜਾਓ, ਗੁਰੂ ਜੀ ਦੇ ਉੱਤੇ ਜਾ ਕੇ ਹਮਲਾ ਕਰੋ। ਲਰਹੋ ਬਹੁ ਰਹੇ ਰਹੋ ਰਿਪ ਬਲ ਕੋ। ਫਿਰ ਜਦੋਂ ਬਾਦਸ਼ਾਹ ਦਾ ਪਰਵਾਨਾ ਆਵੇਗਾ, ਫਿਰ ਮੈਂ ਆਪਣੀ ਮਰਜ਼ੀ ਨਾਲ ਜਿੰਨੀ ਮਰਜ਼ੀ ਫੌਜ ਭੇਜ ਸਕਦਾ, ਕਿਉਂਕਿ ਹੁਣ ਮੇਰੇ ਕੋਲ ਵੀ ਕੁਝ ਸੀਮਾ ਹੁੰਦੀ ਆ ਵੀ ਮੈਂ ਜਿੰਨੀ ਕੁ ਫੌਜ ਭੇਜ ਸਕਦਾ। ਜੇ ਉਸ ਤੋਂ ਵੱਧ ਜੇ ਭੇਜਣੀ ਆ ਫੌਜ ਤੇ ਮੈਨੂੰ ਬਾਦਸ਼ਾਹ ਦੀ ਆਗਿਆ ਲੈਣੀ ਪੈਣੀ ਹੈ। ਤੋ ਬਾਦਸ਼ਾਹ ਦੇ ਕੋਲੋਂ ਤੁਸੀਂ ਜਾ ਕੇ ਪਰਵਾਨਾ ਲਿਖਾ ਲਿਆਓ, ਜਿੰਨੀ ਫੌਜ ਬਾਦਸ਼ਾਹ ਕਹੇਗਾ ਮੈਂ ਭੇਜ ਦੇਵਾਂਗਾ, ਔਰ ਤੁਸੀਂ ਜਾ ਕੇ ਗੁਰੂ ਜੀ ਨਾਲ ਲੜ ਕੇ ਆਪਣਾ ਬਲ ਤੋਲ ਲੈਣਾ। ਨੇਕ ਸਲਾਹ ਜਾਨ ਸਭ ਰਾਜੇ। ਪਹਾੜੀ ਰਾਜਿਆਂ ਨੇ ਸੂਬੇਦਾਰ ਦਿੱਲੀ ਦੀਆਂ ਇਹ ਗੱਲਾਂ ਸੁਣੀਆਂ, ਸੁਣ ਕੇ ਆਖਿਆ ਜੀ ਇਹ ਤੁਹਾਡੀ ਸਲਾਹ ਬੜੀ ਨੇਕ ਹੈ, ਅਸੀਂ ਇਸੇ ਤਰ੍ਹਾਂ ਹੀ ਕਰਾਂਗੇ। ਮਿਲੇ ਸ਼ਾਹ ਬਿਨ ਬਨੈ ਨ ਕਾਜੇ। ਕਿਉਂਕਿ ਇਹ ਕੰਮ ਹੁਣ ਛੋਟਾ ਨਹੀਂ, ਬੜਾ ਵੱਡਾ ਕੰਮ ਹੈ। ਹੁਣ ਇਹ ਕੰਮ ਤਾਂ ਸਿੱਧ ਹੋਵੇਗਾ ਜੇ ਅਸੀਂ ਬਾਦਸ਼ਾਹ ਨਾਲ ਜਾ ਕੇ ਮੁਲਾਕਾਤ ਕਰਾਂਗੇ। ਬਾਦਸ਼ਾਹ ਨੂੰ ਮਿਲੇ ਬਿਨਾ ਸਾਡਾ ਇਹ ਕੰਮ ਸਿੱਧ ਨਹੀਂ ਹੋਣਾ। ਸੂਬੇ ਤੇ ਅਹਿਵਾਲ ਲਿਖਾਇਓ। ਇਹਨਾਂ ਨੇ ਸੂਬੇਦਾਰ ਕੋਲੋਂ ਚਿੱਠੀ ਲਿਖਾ ਲਈ ਆਪਣੀ ਸਿਫਾਰਿਸ਼ ਵਾਸਤੇ। ਨਿਜ ਪਹੁੰਚਨ ਤੇ ਪ੍ਰਥਮ ਪਠਾਇਓ। ਆਪਣੇ ਪਹੁੰਚਣ ਤੋਂ ਪਹਿਲਾਂ ਇਹਨਾਂ ਨੇ ਬਾਦਸ਼ਾਹ ਕੋਲ ਚਿੱਠੀ ਭੇਜ ਦਿੱਤੀ ਕਿ ਸਾਡੇ ਜਾਣ ਤੋਂ ਪਹਿਲਾਂ ਬਾਦਸ਼ਾਹ ਨੂੰ ਸਾਡੇ ਆਉਣ ਦੀ ਖਬਰ ਹੋ ਜਾਏ ਔਰ ਉਹ ਸਾਰਾ ਅਹਿਵਾਲ ਪੜ੍ਹ ਲਵੇ। ਦੁਰਗ ਗੋਲਕੁੰਡਾ ਬੜ ਜਹਾਂ। ਬਾਦਸ਼ਾਹ ਗੋਲਕੁੰਡਾ ਕਿਲਾ ਹੈ ਜਿਹੜਾ ਹੈਦਰਾਬਾਦ ਦੇ ਇਲਾਕੇ ਵਿੱਚ, ਉੱਥੇ ਪਹੁੰਚਿਆ ਹੋਇਆ ਸੀ ਔਰੰਗਾ। ਉੱਥੇ ਹੀ ਉਹ ਜੰਗ ਯੁੱਧ ਲੜ ਰਿਹਾ ਸੀ ਜਦੋਂ ਦਾ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਕੇ ਗਿਆ। ਉੱਥੇ ਉਹਦਾ ਤਾਨੇਸ਼ਾਹ ਨਾਲ ਭੇੜ ਪਿਆ ਹੋਇਆ ਸੀ। ਤੋ ਔਰੰਗਜ਼ੇਬ ਉਹਨਾਂ ਦਿਨਾਂ ਵਿੱਚ ਗੋਲਕੁੰਡਾ ਕਿਲਾ ਜਿਹੜਾ ਹੈ ਉੱਥੇ ਸੀ। ਲੜਤ ਨਰੰਗਾ ਬਾਸਿਓ ਤਹਾਂ। ਉੱਥੇ ਹੀ ਲੜਦਾ ਲੜਦਾ ਨਰੰਗਾ, ਉਧਰ ਹੀ ਦੱਖਣ ਦਿਸ਼ਾ 'ਚ ਅਹਿਮਦ ਨਗਰ ਹੈ, ਉੱਥੇ ਜਾ ਕੇ ਨਰੰਗਾ ਵਸਣ ਲੱਗ ਪਿਆ। 9ਵੇਂ ਪਾਤਸ਼ਾਹ ਕੇ ਸਾਥ। ਇਸ ਦਿਨ ਮੱਘਰ ਸੁਦੀ ਪੰਚਮੀ ਵਾਲੇ ਦਿਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਨੂੰ ਨਰੰਗੇ ਨੇ ਸ਼ਹੀਦ ਕਰਵਾਇਆ। ਕਰੀ ਅਵਗਿਆ ਦਿੱਲੀ ਨਾਥ। ਦਿੱਲੀ ਦੇ ਇਸ ਮਾਲਕ ਨੇ ਗੁਰੂ 9ਵੇਂ ਪਾਤਸ਼ਾਹ ਦੀ ਅਵਗਿਆ ਕੀਤੀ, ਸਤਿਗੁਰਾਂ ਨੂੰ ਸ਼ਹੀਦ ਕੀਤਾ। ਤਬ ਕੋ ਨਹੀਂ ਬਸਨਪੁਰ ਪਾਇਓ। ਉਸ ਦਿਨ ਤੋਂ ਬਾਅਦ ਕੁਦਰਤ ਨੇ ਇਹੋ ਜੀ ਖੇਡ ਵਰਤਾਈ ਕਿ ਇਹਨੂੰ ਆਪਣੀ ਨਗਰੀ ਦਿੱਲੀ ਵਿੱਚ ਵਸਣਾ ਨਸੀਬ ਨਹੀਂ ਹੋਇਆ। ਆਪਣੀ ਰਾਜਧਾਨੀ ਦਿੱਲੀ ਦੇ ਵਿੱਚ ਨਹੀਂ ਵਸ ਸਕਿਆ। ਮਿਸ ਮੁਹਿੰਮ ਲੈ ਦੱਖਣ ਧਾਇਓ। ਉਧਰ ਕੋਈ ਬਹਾਨਾ ਬਣ ਗਿਆ ਮੁਹਿੰਮ ਦਾ ਕਿ ਦੱਖਣ ਦਿਸ਼ਾ ਦੇ ਵਿੱਚ ਗੋਲਕੁੰਡਾ ਕਿਲਾ ਜਿੱਤਣਾ ਸੀ, ਉਸ ਰਿਆਸਤ ਦੇ ਉੱਤੇ ਜਾ ਕੇ ਕਬਜ਼ਾ ਕਰਨਾ ਸੀ। ਤਾਨੇਸ਼ਾਹ ਨਾਲ ਜਾ ਕੇ ਨੇ ਜੰਗ ਛੇੜ ਲਿਆ। ਹਠੀ ਬੇਲੰਦ ਮੂੜ ਚਵਗੱਤਾ। ਇਹ ਚਵਗੱਤਾ ਨਾ ਇਹਦੀ ਮਾਂ ਸੀ, ਜਿਹੜੀ ਪੁਰਾਣੀ ਜਿਹੜੀ ਗੋਤ ਜਿੱਥੋਂ ਇਹਨਾਂ ਨੂੰ ਚੱਲਦਾ ਆਉਂਦਾ, ਉਹ ਚਵਗੱਤਾ ਤਾਂ ਇਹਨੂੰ ਕਹਿ ਦਿੰਦੇ।
ਤੋ ਚਵਗੱਤਾ ਨੁਰੰਗਾ ਜਿਹੜਾ ਬੜਾ ਹਠੀਆ ਹੈ ਗੁਰ ਸਨ ਦਵੈਖੀ ਮਹਾ ਕੁਪੱਤਾ ਔਰ ਗੁਰੂ ਸਾਹਿਬ ਜੀ ਦਾ ਨਾਲ ਦਵੈਸ਼ ਰੱਖਣ ਵਾਲਾ ਕੁਪੱਤਾ ਹੈ, ਭੈੜਾ ਨੀਚ ਆਦਮੀ ਹੈ। ਦਿੱਲੀ ਤੇ ਚੜ ਕਰ ਗਿਰਨਾਥ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਤੋਂ ਬਾਅਦ ਇਹਨੂੰ ਜਾਣਾ ਪਿਆ ਸੀ ਦਿੱਲੀ ਛੱਡ ਕੇ। ਇਧਰੋਂ ਪਹਾੜੀ ਰਾਜੇ ਹੁਣ ਜਿੱਧਰ ਨਰੰਗਾ ਸੀ ਅਹਿਮਦਨਗਰ ਦੱਖਣ ਦਿਸ਼ਾ 'ਚ, ਉਧਰ ਹੀ ਉਹਦੇ ਵੱਲ ਚੱਲ ਪਏ ਸਾਰੇ ਇਕੱਠੇ ਹੋ ਕੇ ਬੇਨਤੀ ਕਰਨ ਲਈ। ਗਮਨੇ ਤਬ ਬੜ ਤੂਰਨ ਸਾਥ ਬੜੀ ਛੇਤੀ ਨਾਲ ਬੜੀ ਕਾਹਲੀ ਨਾਲੇ ਪਹਾੜੀ ਰਾਜੇ ਦਿੱਲੀੋਂ ਚੱਲ ਪਏ, ਮਾਨੋ ਜਿਵੇਂ ਨੁਰੰਗੇ ਨੇ ਪਹਿਲਾਂ ਹੀ ਜਿੱਤ ਦੀ ਥਾਲ ਪਰੋਸ ਕੇ ਨਾ ਅੱਗੇ ਰੱਖੀ ਹੋਈ ਹੈ। ਕਰੇ ਕੂਚ ਦਰ ਕੂਚ ਹਮੇਸ਼ੂ ਔਰ ਕੂਚ ਦਰ ਕੂਚ ਯਾਨੀ ਕਿ ਪੈਂਡਾ ਤੈਅ ਕਰਦਿਆਂ ਮੱਜਲ ਕਰਦਿਆਂ ਜਾ ਰਹੇ ਨੇ। ਉਲੰਘੇ ਪੰਥ ਅਸ਼ੇਸ਼ ਵਿਸ਼ੇਸ਼ੂ ਜਿੰਨਾ ਲੰਮਾ ਪੈਂਡਾ ਸੀ ਦੱਖਣ ਦਿਸ਼ਾ ਦਾ ਇਹਨਾਂ ਨੇ ਤੈਅ ਕੀਤਾ ਹੈ। ਪਹੁੰਚ ਤਹਾਂ ਡੇਰਾ ਨਿਜ ਕਾਲਾ ਔਰ ਨੁਰੰਗੇ ਦਾ ਜਿੱਥੇ ਡੇਰਾ ਸੀ ਉਹਦੇ ਕੋਲ ਜਾ ਕੇ ਨਾ ਪਹਾੜੀਆਂ ਨੇ ਆਪਣਾ ਡੇਰਾ ਕੀਤਾ। ਮਿਲੇ ਉਮਰਾਵਨ ਕਹਿ ਹਵਾਲਾ ਔਰ ਜਾ ਕੇ ਪਹਿਲਾਂ ਨੁਰੰਗੇ ਦੇ ਅਫਸਰਾਂ ਨੂੰ ਮਿਲੇ, ਜਿਹੜੇ ਉਹਦੇ ਅੱਗੇ ਉਮਰਾਵ ਚਿਮਚੇ ਹੁੰਦੇ ਆ ਮਿਲਾਉਣ ਵਾਲੇ ਬਾਦਸ਼ਾਹਾਂ ਨੂੰ। ਉਹਨਾਂ ਨਾਲ ਜਾ ਕੇ ਪਹਿਲਾਂ ਪਹਾੜੀ ਰਾਜੇ ਮਿਲੇ ਹਨ। ਰਿਸ਼ਵਤ ਦੇ ਧਨ ਵਸਤ ਅਛੇਰੀ ਹੁਣ ਬਾਦਸ਼ਾਹ ਨੂੰ ਮਿਲਣਾ ਕਿਹੜਾ ਸੌਖਾ ਸੀ। ਉਹਨਾਂ ਨੂੰ ਪਹਿਲਾਂ ਰਿਸ਼ਵਤ ਦਿੱਤੀ ਨਾ ਰਾਜਿਆਂ ਨੇ, ਜਿਹੜੇ ਵੱਡੇ ਵੱਡੇ ਉਮਰਾਵ ਸੀ ਬਾਦਸ਼ਾਹ ਔਰੰਗਜ਼ੇਬ ਦੇ। ਪਹਿਲਾਂ ਉਹਨਾਂ ਨੂੰ ਰਿਸ਼ਵਤ ਦਿੱਤੀ ਵੀ ਤੁਸੀਂ ਸਾਡੀ ਮੁਲਾਕਾਤ ਬਾਦਸ਼ਾਹ ਨਾਲ ਕਰਾਓ। ਆਏ ਪੁਕਾਰੂ ਸੁਧ ਦੇਹੁ ਮੇਰੀ ਉਹਨਾਂ ਨੇ ਰਿਸ਼ਵਤ ਲੈ ਕੇ ਬਾਦਸ਼ਾਹ ਨਾਲ ਮੁਲਾਕਾਤ ਮੁਕਰਰ ਕੀਤੀ ਔਰ ਬਾਦਸ਼ਾਹ ਦੇ ਨਾਲ ਮੁਲਾਕਾਤ ਇਹਨਾਂ ਦੀ ਹੋਈ। ਬਹੁ ਉਮਰਾਵਨ ਸ਼ਾਹ ਜਨਾਈ ਬਹੁਤ ਸਾਰੇ ਉਮਰਾਵਾਂ ਨੇ ਬਾਦਸ਼ਾਹ ਨੂੰ ਜਾ ਕੇ ਦੱਸਿਆ, ਜਿਨ੍ਹਾਂ ਨੂੰ ਰਿਸ਼ਵਤ ਦਿੱਤੀ ਸੀ ਪਹਾੜੀ ਰਾਜਿਆਂ ਨੇ, ਕਿ ਜੀ ਰਾਜਾ ਭੀਮ ਚੰਦ, ਰਾਜਾ ਹੰਡੂਰੀਆ, ਰਾਜਾ ਕਟੋਚੀਆ ਇਹ ਆਪ ਜੀ ਨੂੰ ਮਿਲਣ ਵਾਸਤੇ ਆਏ ਹੋਏ ਨੇ। ਸ਼੍ਰੀ ਗੋਬਿੰਦ ਸਿੰਘ ਧੂਮ ਉਠਾਈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਰਖਲਾਫ ਤੁਹਾਡੇ ਕੋਲ ਪੁਕਾਰ ਕਰਨਾ ਚਾਹੁੰਦੇ ਨੇ, ਕਿਉਂਕਿ ਇਹਨਾਂ ਦੀਆਂ ਰਿਆਸਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਧੂਮ ਪਾਈ ਹੋਈ ਹੈ। ਰਾਜੇ ਬੜੇ ਖੇਦ ਕੋ ਪਾਏ ਇਹ ਬੜੇ ਸਿਆਣੇ ਰਾਜੇ ਨੇ, ਬੜੇ ਦੁਖੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ। ਉਹਨਾਂ ਤੋਂ ਦੁਖੀ ਹੋ ਕੇ ਤੁਹਾਡੇ ਕੋਲ ਪੁਕਾਰੂ ਹੋ ਕੇ ਆਏ ਨੇ। ਕਰਨ ਪੁਕਾਰ ਇਹਾਂ ਲਗ ਆਏ ਇੱਥੇ ਤੱਕ ਤੁਹਾਡੇ ਕੋਲ ਪੁਕਾਰ ਕਰਨ ਵਾਸਤੇ ਪਹੁੰਚੇ ਹਨ। ਸੁਣ ਕੇ ਸ਼ਾਹ ਬੁਲਾਵਨ ਕੀਨੇ ਇਹ ਸੁਣ ਕੇ ਬਾਦਸ਼ਾਹ ਨੇ ਉਸੇ ਵੇਲੇ ਪਹਾੜੀ ਰਾਜਿਆਂ ਨੂੰ ਆਪਣੀ ਕਚਹਿਰੀ ਵਿੱਚ, ਆਪਣੀ ਕੂੜ ਦੀ ਕਚਹਿਰੀ ਵਿੱਚ ਸੱਦਿਆ ਬੁਲਾਇਆ। ਗਏ ਨਿਕਟ ਭੇਟਾ ਗਨ ਦੀਨੇ ਰਾਜੇ ਗਏ ਬਾਦਸ਼ਾਹ ਕੋਲ ਜਾ ਕੇ ਪਹਿਲਾਂ ਤੇ ਇਹਨਾਂ ਨੇ ਕਈ ਤਰ੍ਹਾਂ ਦੇ ਨੁਰੰਗੇ ਨੂੰ ਨਜ਼ਰਾਨੇ ਭੇਟ ਕੀਤੇ, ਕਈ ਤਰ੍ਹਾਂ ਦੇ ਤੋਹਫੇ, ਕਈ ਤਰ੍ਹਾਂ ਦੀਆਂ ਵਸਤੂਆਂ ਭੇਟ ਕੀਤੀਆਂ। ਠਾਂਡੇ ਹੱਥ ਜੋੜ ਕਰ ਰਹੇ ਹੱਥ ਜੋੜ ਕੇ ਬਾਦਸ਼ਾਹ ਦੇ ਸਾਹਮਣੇ ਖਲੋ ਗਏ ਸਿਰ ਨੀਵੇਂ ਕਰਕੇ। ਬੂਝੇ ਸਭ ਬਿਰਤਾਂਤ ਤਬ ਕਹੇ ਬਾਦਸ਼ਾਹ ਨੇ ਇਹਨਾਂ ਨੂੰ ਪੁੱਛਿਆ, ਦੱਸੋ ਕਿਵੇਂ ਆਏ ਹੋ? ਤੋ ਉਸ ਵਕਤ ਰਾਜੇ ਹੰਡੂਰੀਏ ਤੇ ਭੀਮ ਚੰਦ ਨੇ ਆਪਣੇ ਆਉਣ ਦਾ ਸਾਰਾ ਕਾਰਨ ਨੁਰੰਗੇ ਨੂੰ ਦੱਸਿਆ। ਦੇਸ਼ ਨ ਬਸਨ ਦੇਤ ਦਲ ਕੀਨੋ ਕਹਿਣ ਲੱਗੇ ਜੀ ਸਾਡੇ ਦੇਸ਼ਾਂ ਨੂੰ ਗੁਰੂ ਜੀ ਵਸਣ ਨਹੀਂ ਦਿੰਦੇ। ਗੁਰੂ ਜੀ ਨੇ ਆਪਣੀਆਂ ਫੌਜਾਂ ਤਿਆਰ ਕਰ ਲਈਆਂ ਨੇ, ਸਾਡੇ ਦੇਸ਼ ਨੂੰ ਸੁੱਖ ਨਾਲ ਨਹੀਂ ਵਸਣ ਦਿੰਦੇ। ਗੁਰੂ ਨੇ ਡਰ ਕਿਸ ਤਰਾਸ ਨਾ ਚੀਨੋ ਗੁਰੂ ਜੀ ਨਿਡਰ ਨੇ, ਨਿਰਭਉ ਨੇ, ਉਹ ਕਿਸੇ ਦਾ ਡਰ ਨਹੀਂ ਮੰਨਦੇ, ਉਹ ਕਿਸੇ ਦਾ ਖੌਫ, ਕਿਸੇ ਦਾ ਭੈ ਨਹੀਂ ਮੰਨਦੇ, ਸਗੋਂ ਆਪਣੇ ਘਰ ਵਿੱਚ ਰੋਜ਼ ਪੜ੍ਹਦੇ ਨੇ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ। ਉਹ ਕਿਸੇ ਦਾ ਭੈ ਨਹੀਂ ਮੰਨਦੇ, ਡਰ ਨਹੀਂ ਮੰਨਦੇ। ਸਦਾ ਜੰਗ ਕੇ ਸੰਗ ਸਨੇਹੂ ਔਰ ਹਮੇਸ਼ਾ ਜੰਗ ਯੁੱਧ ਨਾਲ ਹੀ ਸਨੇਹ ਕਰਦੇ ਨੇ ਗੁਰੂ ਜੀ। ਜੰਗ ਯੁੱਧ ਨਾਲ ਹੀ ਉਹਨਾਂ ਦੀ ਪ੍ਰੀਤ ਹੈ, ਪ੍ਰੇਮ ਹੈ। ਹਮ ਸਨ ਠਾਨਤ ਬੈਰ ਅਛੇਹੂ ਸਾਡੇ ਨਾਲ ਬਿਨਾਂ ਗੱਲ ਤੋਂ ਉਹਨਾਂ ਨੇ ਵੈਰ ਪਾਇਆ ਹੋਇਆ। ਹਾਲਾਂਕਿ ਵਧੀਕੀਆਂ ਪਹਾੜੀ ਰਾਜਿਆਂ ਦੀਆਂ ਸੀ, ਔਰੰਗਜ਼ੇਬ ਵੀ ਇਹਨਾਂ ਦੀ ਵਰਤੋਂ ਕਰਦਾ ਸੀ, ਇਹਨਾਂ ਦੇ ਮੋਢੇ ਤੇ ਰੱਖ ਕੇ ਚਲਾਉਂਦਾ ਸੀ।
ਤੋ ਇਹ ਕਹਿਣ ਲੱਗੇ ਜੀ ਸਾਡੇ ਨਾਲ ਗੁਰੂ ਜੀ ਵਧੀਕੀ ਕਰਦੇ ਨੇ, ਸਾਡੇ ਨਾਲ ਵੈਰ ਰੱਖਦੇ ਨੇ। ਸੁਨ ਅਵਰੰਗੇ ਬੂਝਿਓ ਫੇਰ, ਔਰੰਗਜ਼ੇਬ ਨੇ ਫਿਰ ਪੁੱਛਿਆ ਇਹਨਾਂ ਦੀ ਗੱਲਬਾਤ ਸੁਣ ਕੇ ਕਹਿਣ ਲੱਗਾ, ਕਿਉ ਤੁਮ ਸੰਗ ਗੁਰੂ ਕੋ ਬੈਰ। ਕਹਿਣ ਲੱਗਾ ਰਾਜੋ ਇਹ ਦੱਸੋ ਵੀ ਗੁਰੂ ਜੀ ਦਾ ਤੁਹਾਡੇ ਨਾਲ ਵੈਰ ਹੈ ਕਿਸ ਗੱਲ ਦਾ? ਉਹ ਤੁਹਾਡੇ ਨਾਲ ਕਿਉਂ ਵੈਰ ਰੱਖਦੇ ਨੇ? ਸੈਨਾ ਦੀਰਗ ਪ੍ਰਥਮ ਪਠਾਈ, ਮੈਂ ਪਹਿਲਾਂ ਵੀ ਤੁਹਾਡੀ ਮਦਦ ਵਾਸਤੇ ਫੌਜ ਭੇਜ ਚੁੱਕਾ, ਪਹਿਲਾਂ ਵੀ ਮੇਰੇ ਵੱਲੋਂ ਸੈਨਾ ਤੁਹਾਡੀ ਮਦਦ ਲਈ ਕਈ ਵਾਰੀ ਜਾ ਚੁੱਕੀ ਹੈ। ਤਉ ਨ ਤੁਮਰੀ ਰਾਰ ਮਿਟਾਈ, ਪਰ ਇਹ ਤੁਹਾਡਾ ਝਗੜਾ ਫਿਰ ਵੀ ਨਹੀਂ ਮਿਟ ਸਕਿਆ। ਗੁਰ ਟਿਗ ਰਾਜ ਦੇਸ਼ ਕਿਛ ਨਾਹੀ, ਗੁਰੂ ਜੀ ਕੋਲ ਨਾ ਕੋਈ ਰਾਜ ਹੈ, ਨਾ ਉਹਨਾਂ ਦੇ ਕੋਲ ਕੋਈ ਦੇਸ਼ ਹੈ, ਨਾ ਕੋਈ ਉਹਨਾਂ ਕੋਲ ਰਿਆਸਤ ਹੈ। ਕਹਾਂ ਦੇਤ ਲਸ਼ਕਰ ਰਖ ਪਾਹੀ, ਉਹ ਆਪਣੇ ਕੋਲ ਲਸ਼ਕਰ ਰੱਖਦੇ ਨੇ, ਉਹਨਾਂ ਨੂੰ ਤਨਖਾਹਾਂ ਕਿੱਥੋਂ ਦਿੰਦੇ ਨੇ? ਉਹਨਾਂ ਕੋਲ ਕੋਈ ਰਿਆਸਤ ਨਹੀਂ ਹੈ, ਕੋਈ ਰਾਜ ਭਾਗ ਨਹੀਂ ਹੈ। ਫੌਜ ਉਹਨਾਂ ਨੇ ਆਪਣੇ ਕੋਲ ਰੱਖੀ ਹੋਈ ਹੈ, ਮੈਂ ਸੁਣਿਆ। ਉਹਨਾਂ ਨੂੰ ਉਹ ਤਨਖਾਹਾਂ ਕਿੱਥੋਂ ਦਿੰਦੇ ਨੇ? ਜਥਾ ਬਰਤੰਤ ਛੋਰ ਤੇ ਸਾਰੋ, ਮੈਨੂੰ ਮੁੱਢ ਤੋਂ ਲੈ ਕੇ ਸਾਰਾ ਬਿਰਤਾਂਤ ਦੱਸੋ। ਪ੍ਰਾਰੰਭ ਤੋਂ ਵੀ ਤੁਹਾਡਾ ਵੈਰ ਕਿਵੇਂ ਪਿਆ, ਕਿਵੇਂ ਤੁਸੀਂ ਉਹਨਾਂ ਨਾਲ ਜੰਗ ਕਿਹੜੇ ਕਿਹੜੇ ਲੜੇ ਨੇ, ਕਿੰਨੀ ਵੇਰੀ ਲੜੇ ਹੋ, ਮੈਨੂੰ ਸਾਰੀ ਗੱਲ ਮੁੱਢ ਤੋਂ ਦੱਸੋ। ਅਬ ਤੁਮ ਮੋਹੇ ਸਮੀਪ ਉਚਾਰੋ, ਤੁਸੀਂ ਮੇਰੇ ਸਾਹਮਣੇ ਹੁਣ ਸਾਰੀ ਵਾਰਤਾ ਦੱਸੋ ਮੈਨੂੰ ਵੀ ਤੁਹਾਡਾ ਗੁਰੂ ਜੀ ਨਾਲ ਵੈਰ ਕਿਸ ਗੱਲ ਦਾ ਹੈ, ਕਿੰਨੀ ਵੇਰੀ ਤੁਸੀਂ ਲੜੇ ਹੋ ਗੁਰੂ ਜੀ ਦੇ ਨਾਲ, ਉਹਨਾਂ ਕੋਲ ਜਿਹੜੀਆਂ ਫੌਜਾਂ ਨੇ ਉਹ ਉਹਨਾਂ ਨੂੰ ਤਨਖਾਹਾਂ ਕਿੱਥੋਂ ਦਿੰਦੇ ਨੇ, ਕਿਉਂਕਿ ਉਹਨਾਂ ਕੋਲ ਕੋਈ ਰਾਜ ਨਹੀਂ ਹੈ, ਕੋਈ ਰਿਆਸਤ ਨਹੀਂ ਹੈ। ਸੁਨ ਕਰ ਜੋਰਤ ਕਥਾ ਬਖਾਨੀ, ਸੁਣ ਕੇ ਰਾਜੇ ਭੀਮ ਚੰਦ ਨੇ ਹੱਥ ਜੋੜੇ ਨੇ, ਅੱਖਾਂ ਨੀਵੀਆਂ ਕੀਤੀਆਂ ਨਰੰਗੇ ਦੇ ਸਾਹਮਣੇ, ਜਿਵੇਂ ਮਾਂ ਮਰੀ ਹੁੰਦੀ ਹੈ ਇਹਨਾਂ ਦੀ ਏਦਾਂ ਦੇ ਮੂੰਹ ਬਣਾਏ ਹੋਏ ਨੇ ਰੋਣ ਵਾਲੇ। ਬਾਦਸ਼ਾਹ ਦੇ ਕੋਲ ਸਾਹਮਣੇ ਹੱਥ ਜੋੜ ਕੇ ਬੇਨਤੀਆਂ ਕਰਦਿਆਂ ਕਹਿੰਦੇ ਨੇ, ਜਿਮ ਬੀਤੀ ਨਿਜ ਸੰਗ ਕਹਾਣੀ, ਜਿਵੇਂ ਇਹਨਾਂ ਨਾਲ ਬੀਤੀ ਹੈ ਉਹ ਸਾਰੀ ਕਹਾਣੀ ਦੱਸਦੇ ਨੇ। ਗੁਰ ਕੋ ਪਿਤਾ ਮੋਲ ਲੈ ਥਾਨ, ਕਹਿਣ ਲੱਗੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਿਤਾ ਜੀ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਨੇ ਆਨੰਦਪੁਰ ਸਾਹਿਬ ਵਾਲੀ ਜਿਹੜੀ ਭੂਮੀ ਸੀ ਉਹ ਮੇਰੇ ਪਿਓ ਕੋਲੋਂ ਮੁੱਲ ਖਰੀਦੀ ਸੀ। ਰਾਜਾ ਭੀਮ ਚੰਦ ਦੱਸਦਾ ਕਿ ਮੇਰੇ ਬਾਪ ਕੋਲੋਂ ਆਨੰਦਪੁਰ ਸਾਹਿਬ ਵਾਲੀ ਜਿਹੜੀ ਜ਼ਮੀਨ ਸੀ, ਜਗ੍ਹਾ ਸੀ, ਉਹ ਇਹਨਾਂ ਦੇ ਪਿਤਾ ਜੀ ਨੇ ਮੁੱਲ ਖਰੀਦੀ ਸੀ। ਤਹਾਂ ਬਸਾਵਨ ਕਰ ਨਾਰਿਆਨ, ਉਹਨਾਂ ਨੇ ਉੱਥੇ ਨਗਰ ਵਸਾਇਆ, ਨਗਰ ਵਸਾ ਕੇ ਬਹੁਤ ਸਾਰੇ ਲੋਕਾਂ ਨੂੰ ਉੱਥੇ ਵਸੇਬਾ ਦਿੱਤਾ। ਪੁਰ ਬਸਾਏ ਪੂਰਬ ਚੱਲ ਗਏ, ਉਹਨਾਂ ਨੇ ਨਗਰ ਵਸਾਇਆ ਤੇ ਫਿਰ ਉਹ ਆਪ ਪੂਰਬ ਦਿਸ਼ਾ ਨੂੰ ਚਲੇ ਗਏ। ਆਪ ਇਧਰ ਪੂਰਬ ਦੀ ਯਾਤਰਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਗਰ ਵਸਾ ਕੇ ਚਲੇ ਗਏ। ਉਤ ਹੀ ਪਟਣੇ ਇਹ ਜਨਮਏ, ਉਧਰ ਹੀ ਪਟਨਾ ਸਾਹਿਬ ਸ਼ਹਿਰ ਹੈ, ਉੱਥੇ ਇਹਨਾਂ ਦਾ ਜਨਮ ਹੋਇਆ। ਔਰੰਗਜ਼ੇਬ ਨੂੰ ਸਾਰੀ ਵਾਰਤਾ ਦੱਸਦੇ ਹੁਣ ਪਹਾੜੀਏ, ਕਹਿੰਦੇ ਉਧਰ ਹੀ ਪਟਨਾ ਸਾਹਿਬ ਇੱਕ ਨਗਰ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ ਪੂਰਬ ਦਿਸ਼ਾ ਵਿੱਚ। ਸੋ ਤੋ ਸੁਰਗ ਬਾਸ ਜਬ ਭਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਚਲੋ ਸੱਚਖੰਡ ਚਲੇ ਗਏ ਨੇ ਬਾਦਸ਼ਾਹ, ਉਹ ਤਾਂ ਤੁਹਾਨੂੰ ਪਤਾ ਹੀ ਹੈ। ਬੈ ਲਗ ਮਹਿ ਇਤ ਕੋ ਗੁਰ ਆਏ, ਛੋਟੀ ਉਮਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਨੰਦਪੁਰ ਸਾਹਿਬ ਆ ਕੇ ਰਹਿਣ ਲੱਗ ਪਏ, ਆਪਣੇ ਪਿਤਾ ਦੇ ਵਸਾਏ ਨਗਰ ਵਿੱਚ। ਬਸ ਕਰ ਕੁਛ ਤਨ ਸੁਰਤ ਸੰਭਾਰੀ, ਇੱਥੇ ਬਸ ਕੇ ਉਹਨਾਂ ਨੇ ਆਪਣੇ ਸਰੀਰ ਦੀ ਕੁਝ ਸੁਰਤ ਸੰਭਾਲੀ, ਜਵਾਨ ਹੋਏ। ਰਾਖੇ ਚਾਕਰ ਆਯੁਧ ਧਾਰੀ, ਔਰ ਉਹਨਾਂ ਨੇ ਆਪਣੇ ਕੋਲ ਸ਼ਸਤਰ ਧਾਰੀ ਜਿਹੜੇ ਸੂਰਮੇ ਨੇ, ਸ਼ਸਤਰ ਧਾਰੀ ਜਿਹੜੇ ਨੌਕਰ ਚਾਕਰ ਉਹ ਰੱਖਣੇ ਸ਼ੁਰੂ ਕਰ ਲਏ। ਗ੍ਰਾਮਨ ਮਹਿ ਅਖੇਰ ਕੋ ਜਾਏ, ਉਹਨਾਂ ਨੂੰ ਨਾਲ ਲੈ ਕੇ ਪਿੰਡਾਂ 'ਚ ਸ਼ਿਕਾਰ ਖੇਡਣ ਦੀ ਪ੍ਰਥਾ ਗੁਰੂ ਜੀ ਨੇ ਸ਼ੁਰੂ ਕੀਤੀ। ਨੇੜੇ ਤੇੜੇ ਪਿੰਡਾਂ ਵਿੱਚ ਜੰਗਲਾਂ ਵਿੱਚ ਜਾ ਕੇ ਸ਼ਿਕਾਰ ਖੇਡਣ ਲੱਗੇ। ਖੇਤੀ ਦੇਤ ਉਜਾਰ ਸੋ ਥਾਏ, ਔਰ ਸਾਡੇ ਬਹੁਤ ਸਾਰੇ ਨਗਰਾਂ ਦੀਆਂ ਜ਼ਮੀਨਾਂ ਗੁਰੂ ਜੀ ਨੇ ਉਜਾੜ ਦਿੱਤੀਆਂ। ਇਹ ਹੁਣ ਅਣਹੋਈਆਂ ਗੱਲਾਂ ਕਰਨ ਲੱਗੇ ਨੇ ਜਿਹੜੀਆਂ ਹੋਈਆਂ ਨਹੀਂ। ਗੁਰੂ ਸਾਹਿਬ ਨੇ ਉਹ ਪਿੰਡ ਸੋਧੇ ਨੇ ਜਿਨ੍ਹਾਂ ਦੀਆਂ ਵਧੀਕੀਆਂ ਸੀ, ਜਿਹੜੇ ਆਉਂਦੀ ਜਾਂਦੀ ਸੰਗਤ ਨੂੰ ਲੁੱਟਦੇ ਸੀ, ਜਿਵੇਂ ਆਲਸੂਨ ਹੈ, ਨੂਹ ਹੈ, ਬਜਰੂੜ, ਇਹ ਪਿੰਡਾਂ ਨੂੰ ਸੋਧਾ ਲਾਇਆ ਸੀ ਖਾਲਸੇ ਨੇ। ਕਹਿਣ ਲੱਗੇ ਜੀ ਜਦੋਂ ਗੁਰੂ ਜੀ ਨੇ ਸਿਪਾਹੀ ਰੱਖ ਲਏ, ਫੌਜ ਰੱਖ ਲਈ ਸ਼ਸਤਰ ਧਾਰੀਆਂ ਦੀ, ਤਾਂ ਉਹ ਸਾਡੇ ਪਿੰਡਾਂ ਵਿੱਚ ਆ ਕੇ ਰਿਆਸਤ ਦੇ ਜਿਹੜੇ ਪਿੰਡ ਨੇ
ਉਹਨਾਂ ਦੀਆਂ ਜ਼ਮੀਨਾਂ ਵਿੱਚ ਹੋਈਆਂ ਜਿਹੜੀਆਂ ਫਸਲਾਂ ਨੇ ਉਹ ਉਜਾੜਨ ਲੱਗ ਪਏ। तब हमने मिल दीन सजोर ਅਸੀਂ ਫਿਰ ਸਾਰਿਆਂ ਨੇ ਰਲ ਕੇ ਗੁਰੂ ਜੀ ਤੇ ਆਪਣਾ ਜ਼ੋਰ ਪਾਇਆ, ਬਸ ਇੱਥੋਂ ਸਾਡਾ ਵੈਰ ਬਣਿਆ। गमने उशार मोर की और ਜਦੋਂ ਅਸੀਂ ਜ਼ੋਰ ਪਾਇਆ ਤੇ ਗੁਰੂ ਜੀ ਆਨੰਦਪੁਰ ਸਾਹਿਬ ਛੱਡ ਕੇ ਸਿਰਮੌਰ ਰਿਆਸਤ ਹੈ, ਇੱਧਰ ਪਹਾੜੀ ਰਿਆਸਤਾਂ ਦੇ ਵਿੱਚ ਉੱਥੇ ਚਲੇ ਗਏ। ਜਾ ਕੇ ਉਹਨਾਂ ਨੇ ਆਪਣਾ ਨਗਰ ਪੌਂਟਾ ਸਾਹਿਬ ਵਸਾ ਲਿਆ। तह पी पहुँचे तूम उठाई ਪੌਂਟਾ ਸਾਹਿਬ ਪਹੁੰਚ ਕੇ ਕਿਹੜਾ ਉਹ ਸੁੱਖ ਨਾਲ ਰਹੇ, ਉੱਥੇ ਵੀ ਉਹਨਾਂ ਨੇ ਜਾ ਕੇ ਬੜੀ ਧੂਮ ਪਾਈ ਮਚਾਈ। राम राय के नर समुदायी ਬਾਬਾ ਰਾਮ ਰਾਏ ਜੀ ਦਾ ਤਾਂ ਬਾਦਸ਼ਾਹ ਸਲਾਮਤ ਤੁਹਾਨੂੰ ਪਤਾ ਹੀ ਹੈ, ਤੁਹਾਡੇ ਕੋਲ ਅਜਮਤਾਂ ਵਿਖਾਉਂਦੇ ਰਹੇ ਨੇ। ਉਹਨਾਂ ਦੇ ਬਹੁਤ ਸਾਰੇ ਮਸੰਦ ਸਨ ਬਾਬਾ ਰਾਮ ਰਾਏ ਜੀ ਦੇ। ਜਦੋਂ ਬਾਬਾ ਰਾਮ ਰਾਏ ਜੀ ਚਲਾਣੇ ਕਰ ਗਏ, ਇਹਨਾਂ ਨੇ ਉਹ ਮਸੰਦ ਤੇਲ ਦੇ ਕੜਾਹਿਆਂ ਵਿੱਚ ਪਾ ਪਾ ਕੇ ਸਾੜੇ ਨੇ। ਏਡਾ ਇਹਨਾਂ ਦਾ ਜ਼ਾਲਮਾਨਾ ਸੁਭਾਅ ਹੈ। ਇਹ ਨਹੀਂ ਦੱਸਿਆ ਵੀ ਉਹਨਾਂ ਨੂੰ ਸਜ਼ਾ ਦਿੱਤੀ ਕਿਉਂ ਹੈ। ਉਹਨਾਂ ਮਸੰਦਾਂ ਨੇ ਬਾਬੇ ਰਾਮ ਰਾਏ ਨੂੰ ਜਿਉਂਦਾ ਸਾੜਿਆ ਸੀ। ਕਹਿਣ ਲੱਗੇ ਜੀ ਇਹਨਾਂ ਨੇ ਉਧਰ ਵੀ ਜਾ ਕੇ ਜਦੋਂ ਪੌਂਟਾ ਸਾਹਿਬ ਦੇ ਇਲਾਕੇ 'ਚ ਗਏ, ਦੇਹਰਾਦੂਨ, ਉੱਥੇ ਵੀ ਇਹਨਾਂ ਨੇ ਬੜਾ ਫਤੂਰ ਪਾਇਆ। हुते मसंद मार सब दीने ਜਿੰਨੇ ਮਸੰਦ ਸੀ ਬਾਬੇ ਰਾਮ ਰਾਏ ਦੇ ਇਹਨਾਂ ਨੇ ਮਾਰ ਦਿੱਤੇ। राजन संग बखेरा कीने ਫਿਰ ਉੱਥੇ ਰਾਜਿਆਂ ਨਾਲ ਬਖੇੜਾ ਕੀਤਾ। हरी चंद दीरघ धन धारी ਔਰ ਸਾਡੀ ਇੱਧਰ ਫੌਜ ਜਾ ਰਹੀ ਸੀ, ਮੇਰੇ ਪੁੱਤਰ ਦਾ ਵਿਆਹ ਸੀ। ਅਸੀਂ ਜੰਜ ਲੈ ਕੇ ਜਾਂਦੇ ਸੀ, ਬਹੁਤ ਸਾਰੀ ਵੱਡੀ ਧਨ ਆਦਿਕ ਸੰਪਦਾ ਸਹਿਤ। तहाँ जंग कर लीन समारी ਇਹਨਾਂ ਨੇ ਉੱਥੇ ਰਸਤੇ ਵਿੱਚ ਸਾਡੀ ਬਰਾਤ ਰੋਕ ਲਈ, ਸਾਨੂੰ ਬੜਾ ਪਾ ਕੇ ਜਾਣਾ ਪਿਆ। ਫਿਰ ਸਾਡਾ ਉੱਥੇ ਜੰਗ ਹੋਇਆ, ਸਾਰੇ ਰਾਜੇ ਇਕੱਠੇ ਹੋ ਕੇ ਆਏ। ਭੰਗਾਣੀ ਦੇ ਜੰਗ ਦੇ ਵਿੱਚ ਇਹਨਾਂ ਨੇ ਸਾਡੇ ਵੱਡੇ ਵੱਡੇ ਸੂਰਮੇ ਮਾਰ ਦਿੱਤੇ। सकल सैल पत दे पजाई ਜਿੰਨੇ ਸਾਡੇ ਪਹਾੜੀ ਰਾਜੇ ਸਨ ਇਹਨਾਂ ਨੇ ਭਜਾ ਦਿੱਤੇ। ਭੰਗਾਣੀ ਦੇ ਜੰਗ ਦੇ ਵਿੱਚੋਂ ਸਾਰਿਆਂ ਰਾਜਿਆਂ ਨੂੰ ਭਜਾ ਦਿੱਤਾ। जमुना तट निजपुरी बसाई ਉੱਥੇ ਹੀ ਜਮਨਾ ਦੇ ਕੰਢੇ ਤੇ ਇਹਨਾਂ ਨੇ ਆਪਣੀ ਨਗਰੀ ਵਸਾ ਕੇ ਉਹਦਾ ਨਾਮ ਸ੍ਰੀ ਪੌਂਟਾ ਸਾਹਿਬ ਰੱਖ ਲਿਆ। केतिक समा बस तहाँ बसायो ਉੱਥੇ ਕੁਝ ਸਮਾਂ ਵਸ ਕੇ ਇਹਨਾਂ ਨੇ ਆਪਣਾ ਸਮਾਂ ਬਤੀਤ ਕੀਤਾ। पुनयो चकिया आनंदपुर आयो ਪਰ ਪਤਾ ਨਹੀਂ ਕੀ ਹੋਇਆ, ਉੱਥੇ ਵਸਦਿਆਂ ਨੂੰ ਫਿਰ ਅਚਾਨਕ ਆ ਕੇ ਆਨੰਦਪੁਰ ਸਾਹਿਬ ਸਾਡੇ ਕੋਲ ਵਸਣ ਲੱਗ ਪਏ। तह हुए थिर पूजन कर काली ਔਰ ਆਨੰਦਪੁਰ ਸਾਹਿਬ ਜਦੋਂ ਆਏ ਤੇ ਇੱਥੇ ਆ ਕੇ ਅਸੀਂ ਸੁਣਿਆ ਵੀ ਇਹਨਾਂ ਨੇ ਚੰਡੀ ਪ੍ਰਗਟ ਕੀਤੀ ਹੈ। ਇੱਥੇ ਆ ਕੇ ਇਹਨਾਂ ਨੇ ਚੰਡੀ ਨੂੰ ਪ੍ਰਗਟ ਕੀਤਾ ਹੈ। भीमा कीनी बिदत कपाली ਔਰ ਚੰਡੀ ਦਾ ਬੜਾ ਭਿਆਨਕ ਰੂਪ ਇਹਨਾਂ ਦੇ ਸਨਮੁਖ ਆਇਆ ਹੈ। ले बार रचियो पंथ एक भारी ਉਹ ਸ਼ਕਤੀ ਜਿਹੜੀ ਚੰਡੀ ਦੀ ਆ, ਇਹਨਾਂ ਨੇ ਆਪਣੇ ਪੰਥ ਵਿੱਚ ਭਰ ਕੇ ਖਾਲਸਾ ਸਾਜਿਆ। ਇਹਨਾਂ ਨੇ ਖਾਲਸਾ ਪੰਥ ਜਿਹੜਾ ਆਪਣਾ ਜਿਹੜਾ ਸਿੰਘਾਂ ਦਾ ਪੰਥ ਖਾਲਸੇ ਦਾ, ਉਹ ਇਹਨਾਂ ਨੇ ਸਾਜਿਆ ਹੈ। हिंदू तुर्कन ते बिद न्यारी ਔਰ ਬਾਦਸ਼ਾਹ ਜਿਹੜਾ ਖਾਲਸਾ ਇਹਨਾਂ ਨੇ ਰਚਿਆ ਹੈ, ਉਹ ਹਿੰਦੂਆਂ ਤੋਂ ਤੇ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਹੈ। ਸਾਡੇ ਵਰਗੀਆਂ, ਅਸੀਂ ਹਿੰਦੂ ਰਾਜੇ ਹਾਂ, ਸਾਡੇ ਵਰਗੀਆਂ ਰੀਤੀਆਂ ਨਹੀਂ ਹਨ ਉਹਨਾਂ ਦੀਆਂ, ਸਾਡੇ ਤੋਂ ਵੀ ਨਿਆਰਾ ਹੈ। ਔਰ ਮੁਸਲਮਾਨਾਂ ਤੋਂ ਤਾਂ ਨਿਆਰਾ ਹੈ ਹੀ। हम जब गए निकट एक बारी ਅਸੀਂ ਜਦੋਂ ਇੱਕ ਵਾਰ ਸਾਡੇ ਨਾਲ ਉਹਨਾਂ ਨੇ ਮੀਟਿੰਗ ਕੀਤੀ ਸੀ, ਗੁਰੂ ਜੀ ਨੇ, ਅਸੀਂ ਜਦੋਂ ਉਹਨਾਂ ਦੇ ਨਾਲ ਮਿਲਣ ਵਾਸਤੇ ਗਏ, सबको सिखिया हेत उचारी ਉਹਨਾਂ ਨੇ ਸਾਨੂੰ ਸਾਰਿਆਂ ਨੂੰ ਸਿੱਖਿਆ ਦੇ ਕੇ ਕਿਹਾ ਸੀ। तुम भी सिंह बनो सुख पावहो ਸਾਨੂੰ ਕਹਿੰਦੇ ਸੀ ਕਿ ਤੁਸੀਂ ਸਾਰੇ ਰਾਜੇ ਸਾਡੇ ਸਿੰਘ ਬਣ ਜਾਓ, ਖੰਡੇ ਦੀ ਪੌਲ ਛਕ ਕੇ ਤੁਸੀਂ ਸਾਰੇ ਸਿੰਘ ਸੱਜ ਜਾਓ, राज समाज सकल बिरदावहो ਔਰ ਅਸੀਂ ਤੁਹਾਡਾ ਰਾਜ ਸਮਾਜ ਵਧਾਵਾਂਗੇ, ਤੁਹਾਡੇ ਰਾਜ ਭਾਗਾਂ ਵਿੱਚ ਵਾਧਾ ਕਰਾਂਗੇ। दिल्ली नाथ साथ हम द्वेष ਤੇ ਸਾਡੀ ਦੁਸ਼ਮਣੀ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਹੈ। तेह संग करिए जंग विशेष ਤੇ ਤੁਸੀਂ ਸਿੰਘ ਸੱਜ ਕੇ ਸਾਡੇ ਨਾਲ ਰਲ ਜਾਓ, ਆਪਾਂ ਇਕੱਠੇ ਹੋ ਕੇ ਔਰੰਗਜ਼ੇਬ ਨਾਲ ਜੰਗ ਲੜਾਂਗੇ, ਔਰੰਗਜ਼ੇਬ ਨਾਲ ਜੰਗ ਯੁੱਧ ਲੜਾਂਗੇ। लियो पिता का बैर महाना ਤੇ ਸਾਡੇ ਪਿਤਾ ਜੀ ਦੀ ਸ਼ਹੀਦੀ ਦਾ ਜਿਹੜਾ ਵੈਰ ਹੈ, ਬਦਲਾ ਹੈ,
ਉਹ ਅਸੀਂ ਔਰੰਗਜ਼ੇਬ ਬਾਦਸ਼ਾਹ ਕੋਲੋਂ ਲਵਾਂਗੇ। ਕਰੋ ਖਪਾਵਨ ਮੈਂ ਤੁਰਕਾਨਾ, ਔਰ ਇਹ ਜਿੰਨਾ ਤੁਰਕਾਨਾ ਇਹਨਾਂ ਨੂੰ ਖਪਾ ਕੇ ਖਤਮ ਕਰ ਦਿਆਂਗੇ। ਰਾਵਰ ਨਾਮ ਗੁਰੂ ਜਬ ਲਿਓ, ਇਹ ਬਾਦਸ਼ਾਹ ਜਦੋਂ ਗੁਰੂ ਜੀ ਨੇ ਤੁਹਾਡਾ ਨਾਂ ਲਿਆ ਵੀ ਅਸੀਂ ਔਰੰਗਜ਼ੇਬ ਨਾਲ ਲੜਨਾ, ਤੁਸੀਂ ਸਾਡੇ ਨਾਲ ਰਲੋ, ਤੇ ਜਦੋਂ ਗੁਰੂ ਜੀ ਨੇ ਤੁਹਾਡਾ ਨਾਂ ਆਪਣੇ ਮੁਖੋਂ ਲਿਆ, ਸੁਨ ਹਮ ਸਕਲ ਤਰਾਸ ਮਨ ਆਇਓ, ਸੁਣ ਕੇ ਅਸੀਂ ਸਾਰੇ ਡਰ ਗਏ, ਭੈ ਭੀਤ ਹੋ ਗਏ ਤੁਹਾਡਾ ਨਾਂ ਸੁਣ ਕੇ। ਤੇ ਜਵਾਬ ਤਬ ਨਾਹਿ ਨ ਮਾਨੇ, ਅਸੀਂ ਜਵਾਬ ਦੇ ਦਿੱਤਾ ਗੁਰੂ ਜੀ ਨੂੰ, ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ। ਹਜ਼ਰਤ ਕੋ ਨਿਜ ਖਾਵੰਦ ਜਾਣੇ, ਅਸੀਂ ਤਾਂ ਆਖਿਆ ਜੀ ਬਾਦਸ਼ਾਹ ਤਾਂ ਸਾਡਾ ਖਾਵੰਦ ਹੈ, ਉਹ ਤਾਂ ਸਾਡਾ ਮਾਲਕ ਹੈ। ਬਾਦਸ਼ਾਹ ਅਸੀਂ ਤਾਂ ਤੈਨੂੰ ਆਪਣਾ ਖਾਵੰਦ ਜਾਣਦੇ ਹਾਂ, ਆਪਣਾ ਮਾਲਕ ਜਾਣਦੇ ਹਾਂ। ਚੜ ਕਰ ਗਏ ਆਪਣੇ ਡੇਰੇ, ਤੇ ਅਸੀਂ ਨਹੀਂ ਲੜ ਸਕਦੇ ਬਾਦਸ਼ਾਹ ਨਾਲ। ਇਹ ਕਹਿ ਕੇ ਅਸੀਂ ਗੁਰੂ ਜੀ ਦੇ ਕੋਲੋਂ ਚਲੇ ਗਏ ਆਪੋ ਆਪਣੇ ਡੇਰਿਆਂ ਤੇ। ਹਮ ਤੇ ਪਿੱਛੇ ਸਿੰਘ ਕਨੇਰੇ, ਸਾਡੇ ਤੋਂ ਬਾਅਦ ਉਹਨਾਂ ਨੇ ਖਾਲਸੇ ਪੰਥ ਨੂੰ ਬਹੁਤ ਸਾਰੇ ਸਿੰਘਾਂ ਨੂੰ ਸਿੰਘ ਸਜਾਇਆ। ਚਾਰੋ ਬਰਨ ਕਰੇ ਇੱਕ ਥਾਏ, ਉਹਨਾਂ ਨੇ ਚਾਰੇ ਵਰਣ ਇੱਕ ਜਗ੍ਹਾ ਤੇ ਇਕੱਠੇ ਕਰ ਦਿੱਤੇ। ਇਕੱਠੇ ਭੋਜਨ ਸਭਨ ਖੁਆਏ, ਔਰ ਇਕੱਠਿਆਂ ਨੂੰ ਹੀ ਸਾਰਿਆਂ ਨੂੰ ਭੋਜਨ ਛਕਾਇਆ। ਤਿੰਨ ਸੌ ਕਹੈ ਗਹੋ ਹਥਿਆਰੰ, ਔਰ ਉਹਨਾਂ ਨੂੰ ਸਾਰਿਆਂ ਨੂੰ ਹਥਿਆਰ ਫੜਾ ਦਿੱਤੇ, ਸ਼ਸਤਰ ਧਾਰੀ ਬਣਾ ਦਿੱਤਾ। ਸਦਾ ਜੁੱਧ ਸਨ ਧਰੀਐ ਪਿਆਰੰ, ਔਰ ਆਖਿਆ ਹਮੇਸ਼ਾ ਯੁੱਧ ਨਾਲ, ਜੰਗ ਨਾਲ ਹੀ ਪਿਆਰ ਰੱਖਣਾ ਹੈ। ਬਾਦਸ਼ਾਹੋ ਆਦਿਕ ਮਹਿਪਾਲਾ, ਔਰ ਬਾਦਸ਼ਾਹ ਆਦਿਕ ਜਿੰਨੇ ਮਹਿਪਾਲ ਰਾਜੇ ਹਨ, ਤੁਮ ਕੋ ਸਕਲ ਭਰੈਂਗੇ ਹਾਲਾ, ਇਹ ਸਾਰੇ ਤੁਹਾਡੇ ਅੱਗੇ ਹਾਲਾ ਭਰਨਗੇ। ਏਦਾਂ ਕਹਿੰਦੇ ਨੇ ਗੁਰੂ ਜੀ ਆਪਣੇ ਖਾਲਸੇ ਨੂੰ ਵੀ ਆ ਜਿਹੜੇ ਵੱਡੇ ਵੱਡੇ ਬਾਦਸ਼ਾਹ ਰਾਜੇ ਨੇ, ਖਾਲਸਾ ਜੀ ਇਹ ਤੁਹਾਡੇ ਅੱਗੇ ਹਾਲਾ ਭਰਨਗੇ, ਤੁਹਾਡੇ ਅੱਗੇ ਟੈਕਸ ਭਰਨਗੇ। ਸਭਾ ਮਲੇਛਨ ਛਿਪਰ ਉਠਾਵਹਿ, ਔਰ ਇਹਨਾਂ ਮਲੇਛਾਂ ਦੀ ਸਾਰੀ ਸਭਾ ਨੂੰ ਛੇਤੀ ਨਾਲ ਉਠਾ ਦੇਾਂਗੇ। ਲੂਟ ਕੂਟ ਗਨ ਤੁਰਖ ਕਪਾਵਹਿ, ਔਰ ਇਹਨਾਂ ਸਾਰਿਆਂ ਤੁਰਕਾਂ ਨੂੰ ਲੁੱਟ ਕਸੁੱਟ ਕੇ ਖਪਾ ਦੇਾਂਗੇ, ਖਤਮ ਕਰ ਦੇਾਂਗੇ। ਪਿਤਾ ਮਾਤ ਅਸ ਤੁਝੇ ਅਸ ਕਾਲੀ, ਉਹ ਕਹਿੰਦੇ ਆ ਸਾਡੇ ਪਿਤਾ ਅਕਾਲ ਪੁਰਖ ਜੀ ਨੇ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਸ਼ਕਤੀ ਭਗਉਤੀ ਤਲਵਾਰ ਹੈ, ਇਹ ਸਾਡੀ ਮਾਤਾ ਹੈ। ਉਹ ਕਹਿੰਦੇ ਸਾਡੀ ਮਾਤਾ ਸ਼੍ਰੀ ਸਾਹਿਬ ਹੈ, ਔਰ ਸਾਡਾ ਪਿਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਪੰਥ ਸਹਾਇਕ ਨਿਤ ਰਖਵਾਲੀ, ਔਰ ਇਹੀ ਸਾਡੇ ਪੰਥ ਦੀ ਸਹਾਇਤਾ ਕਰਨ ਵਾਲੀ ਹੈ, ਇਹੀ ਸਾਡੇ ਪੰਥ ਦੀ ਨਿਤ ਰਖਵਾਲੀ ਕਰਨ ਵਾਲੀ ਹੈ। ਤੁਰਕਨ ਸਨ ਰਨ ਇਹ ਉਪਦੇਸ਼ੂ, ਉਹ ਕਹਿੰਦੇ ਆ ਮਾਤ ਭਗਵਤੀ ਪਿਤਾ ਅਕਾਲ ਪੁਰਖ, ਅਕਾਲ ਪੁਰਖ ਸਾਡਾ ਪਿਤਾ ਹੈ, ਔਰ ਇਹ ਭਗਉਤੀ ਹੈ ਸ਼੍ਰੀ ਸਾਹਿਬ ਤਲਵਾਰ ਸਾਡੀ ਮਾਤਾ ਹੈ, ਉਹਨੇ ਸਾਡੀ ਹਮੇਸ਼ਾ ਰੱਖਿਆ ਕਰਨੀ ਹੈ। ਤੇਤ ਤਿਨਾ ਉਤਸ਼ਾਹ ਵਿਸ਼ੇਸ਼ੂ, ਇਹਦਾ ਗੁਰੂ ਜੀ ਆਪਣੇ ਖਾਲਸੇ ਨੂੰ ਬੜਾ ਉਤਸ਼ਾਹ ਦਿੰਦੇ ਨੇ, ਰੋਜ਼ ਉਹਨਾਂ ਵਿੱਚ ਵੀਰ ਰਸ ਫੂਕਦੇ ਨੇ, ਭਰਦੇ ਨੇ। ਪ੍ਰਥਮ ਸੈਂਕੜੇ ਸਿੰਘ ਪਏ ਹੈ, ਪਹਿਲਾਂ ਉਹਨਾਂ ਕੋਲ ਸੈਂਕੜਿਆਂ ਦੀ ਗਿਣਤੀ 'ਚ ਸਿੰਘ ਆਏ ਸਨ, ਅਬੈ ਹਜ਼ਾਰਾਂ ਸਿੰਘ ਥਏ ਹੈ, ਹੁਣ ਹਜ਼ਾਰਾਂ ਦੀ ਗਿਣਤੀ 'ਚ ਹੋ ਗਏ ਨੇ। ਪਹਿਲਾਂ ਸ਼ੁਰੂ 'ਚ ਸੈਂਕੜਿਆਂ ਦੀ ਗਿਣਤੀ 'ਚ ਆਏ, ਮੁੜ ਕੇ ਹਜ਼ਾਰਾਂ ਦੀ ਗਿਣਤੀ 'ਚ ਅੱਜ ਹੋ ਗਏ ਨੇ। ਸੋ ਚੜ ਕਰ ਆਯੁਧ ਕਰ ਧਰ ਕੇ, ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਨੇ ਹਜ਼ਾਰਾਂ ਤੋਂ ਲੱਖਾਂ ਤੱਕ ਪਹੁੰਚ ਜਾਣਾ ਬਾਦਸ਼ਾਹ। ਉਹ ਹੁਣ ਸਾਰੇ ਸ਼ਸਤਰ ਧਾਰੀ ਹੋ ਕੇ ਸਾਡੀਆਂ ਰਿਆਸਤਾਂ ਵਿੱਚ ਫਿਰਦੇ ਸਾਨੂੰ ਡਰਾਉਂਦੇ ਨੇ। ਸੈਲ ਦੇਸ਼ ਲੂਟਤ ਨਿਤ ਬਰਕੈ, ਸਾਡੀਆਂ ਪਹਾੜੀ ਰਿਆਸਤਾਂ ਨੂੰ ਆ ਕੇ ਲੁੱਟਦੇ ਨੇ, ਸਾਡੇ ਪਿੰਡਾਂ ਨੂੰ ਉਜਾੜਦੇ ਨੇ, ਲੋਕਾਂ ਨੂੰ ਤੰਗ ਕਰਦੇ ਨੇ। ਹਮ ਬਹੁ ਛਿਮਾ ਕਰਤ ਹੀ ਰਹੇ, ਅਸੀਂ ਤਾਂ ਬਾਦਸ਼ਾਹ ਬਥੇਰਾ ਉਹਨਾਂ ਨੂੰ ਮਾਫ ਕੀਤਾ, ਛਿਮਾ ਕੀਤਾ ਵੀ ਚਲੋ ਗੁਰੂ ਪੀਰ ਨੇ। ਇਹ ਨਹੀਂ ਦੱਸਦੇ ਵੀ ਸਾਡਾ ਵਸ ਨਹੀਂ ਚੱਲਦਾ। ਕਹਿੰਦੇ ਜੀ ਅਸੀਂ ਤਾਂ ਉਹਨਾਂ ਨੂੰ ਬਥੇਰਾ ਪਹਿਲਾਂ ਛਿਮਾ ਕਰਦੇ ਰਹੇ ਆ। ਮਿਟਤ ਨਹੀਂ ਕਿ ਮੈਂ ਜਬ ਉਰ ਲਹੇ, ਪਰ ਜਦੋਂ ਮਿਟੇ ਹੀ ਨਹੀਂ ਸਾਡੇ ਤੋਂ, ਅਸੀਂ ਵੇਖਿਆ ਵੀ ਉਹ ਹਟਦੇ ਹੀ ਨਹੀਂ, ਮੁੜਦੇ ਹੀ ਨਹੀਂ। ਦਿੱਲੀ ਬਿਖੈ ਆਨ ਹਮ ਕਹਿਓ, ਫਿਰ ਅਸੀਂ ਇੱਥੇ ਦਿੱਲੀ ਸੁਨੇਹਾ ਭੇਜਿਆ, ਤੁਮ ਢਿਗ ਸੁਧ ਪਠ ਕੈ ਸਭ ਲਹਿਓ, ਤੇ ਫਿਰ ਤੁਹਾਡੇ ਕੋਲ ਵੀ ਖਬਰ ਭੇਜੀ ਆਪਣੀ। ਵੈ ਉਮਰਾਵ ਗਏ ਚੜ ਜਬੈ, ਤੇ ਬਾਦਸ਼ਾਹ ਤੁਹਾਡੇ ਹੁਕਮ ਨਾਲ ਦਿੱਲੀੋਂ 2 ਜਰਨੈਲ ਚੜ ਕੇ ਗਏ ਸਨ। 10,000 ਲਸ਼ਕਰ ਲੈ ਸਬੈ, ਇੱਕ ਦਾ ਨਾਂ ਪੈਂਡੇ ਖਾਨ ਸੀ ਤੇ ਦੂਜੇ ਦਾ ਨਾਂ ਦੀਨਾ ਬੇਗ ਸੀ।
10,000 ਫੌਜ ਲੈ ਕੇ ਉਹ ਦਿੱਲੀੋਂ ਚੜ ਕੇ ਗਏ ਸਨ। ਪਾਠੇ ਉਪਰਾਲੋ ਕੀਨ ਹਮਾਰਾ। ਤੁਸੀਂ ਸਾਡੇ ਤੇ ਬੜੀ ਕਿਰਪਾ ਕੀਤੀ ਬਾਦਸ਼ਾਹ ਕਿ ਸਾਡੇ ਲਈ ਉਪਰਾਲਾ ਕੀਤਾ। 10,000 ਫੌਜ ਭੇਜੀ, 2 ਜਰਨੈਲ ਭੇਜੇ। ਮਚਿਓ ਜੁੱਧ ਦਾਰੁਨ ਤਿਸ ਬਾਰਾ। ਬੜਾ ਭਿਆਨਕ ਜੰਗ ਹੋਇਆ ਆਨੰਦਪੁਰ ਸਾਹਿਬ, ਅਸੀਂ ਵੀ ਨਾਲ ਸੀ। ਪੈਂਡ ਖਾਨ ਅਰ ਸਤਗੁਰ ਸੰਗ। ਪੈਂਡੇ ਖਾਨ ਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੰਗ ਹੋਇਆ। ਭਇਓ ਜੰਗ ਦੁਐ ਹਤੇ ਕਤੰਗ। ਦੋਨਾਂ ਦਾ ਜੰਗ ਹੋਇਆ, ਦੋਨਾਂ ਨੇ ਤੀਰ ਚਲਾਏ। ਨਿਫਲ ਖਾਨ ਕੇ ਸਰ ਦੁਐ ਗਏ। ਪੈਂਡੇ ਖਾਨ ਵੱਲੋਂ 2 ਚਲਾਏ ਤੀਰ ਜਿਹੜੇ ਸਨ ਉਹ ਗੁਰੂ ਜੀ ਨੂੰ ਨਹੀਂ ਵੱਜੇ, ਉਹ ਨਿਸ਼ਫਲ ਚਲੇ ਗਏ। ਗੁਰ ਇੱਕ ਮਾਰਿਓ ਹੈ ਉਥਲੇ। ਗੁਰੂ ਜੀ ਨੇ ਇੱਕੋ ਹੀ ਤੀਰ ਮਾਰਿਆ ਤੇ ਉਥਲ ਕੇ ਉਹਨੂੰ ਸੁੱਟ ਦਿੱਤਾ। ਸੈਫ ਸੰਗ ਸਿਰ ਕਾਟ ਉਤਾਰਾ। ਮੁੜ ਕੇ ਤਲਵਾਰ ਨਾਲ ਉਹਦਾ ਸਿਰ ਵੱਢ ਦਿੱਤਾ ਪੈਂਡੇ ਖਾਨ ਦਾ। ਦੀਨ ਬੇਗ ਘਾਇਲ ਦੁਖ ਭਾਰਾ। ਜਿਹੜਾ ਦੀਨਾ ਬੇਗ ਸੀ ਉਹ ਘਾਇਲ ਹੋਇਆ, ਜ਼ਖਮੀ ਹੋਇਆ, ਬੜਾ ਦੁਖੀ ਹੋਇਆ। ਖਿਦਰਾਬਾਦ ਗ੍ਰਾਮ ਲਗ ਆਏ। ਖਿਦਰਾਬਾਦ ਨਗਰ ਤੱਕ ਉਹ ਫੌਜਾਂ ਜਿਹੜੀਆਂ ਸਨ ਪਿੱਛੇ ਨੂੰ ਆਈਆਂ। ਮਾਰਤ ਮਰਤ ਪਠਾਨ ਪਲਾਏ। ਮਾਰਦਿਆਂ ਮਰਦਿਆਂ ਉਹ ਪਠਾਨ ਜਿਹੜੇ ਸਨ ਭੱਜ ਗਏ। ਦੇ ਕਰ ਲਸ਼ਕਰ ਸ਼ਾਹ ਪਲਾਇਓ। ਔਰ ਉਹ ਸਾਰਾ ਆਪ ਜੀ ਦਾ ਜਿਹੜਾ ਲਸ਼ਕਰ ਸੀ ਲੈ ਕੇ ਉੱਥੋਂ ਭੱਜ ਗਏ। ਸਿੰਘਨ ਦਲ ਪਿੱਛੇ ਤਿਨ ਧਾਇਓ। ਔਰ ਜਿਹੜਾ ਸਿੰਘਾਂ ਦਾ ਦਲ ਸੀ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ, ਉਹ ਪਿੱਛੇ ਪਿੱਛੇ ਉਹਨਾਂ ਦੇ ਉੱਤੇ ਟੁੱਟ ਕੇ ਪੈ ਗਏ। ਹਮ ਰਾਜਨ ਕੀ ਗਿਣਤੀ ਕਹਾਂ। ਇਹ ਬਾਦਸ਼ਾਹ ਤੁਹਾਡਾ ਬਾਦਸ਼ਾਹੀ ਦਲ ਵੀ ਉੱਥੋਂ ਹਾਰ ਕੇ ਦੌੜ ਆਇਆ ਤੇ ਸਾਡੇ ਵਰਗੇ ਵਿਚਾਰੇ ਰਾਜਿਆਂ ਦੀ ਤਾਂ ਗਿਣਤੀ ਕੀ ਹੈ। ਅਸੀਂ ਨਾ 3 ਵਿੱਚ ਨਾ 13 ਵਿੱਚ। ਲੜ ਕਰ ਸਨਮੁਖ ਠਹਿਰੈ ਤਹਾਂ। ਜਦੋਂ ਤੁਹਾਡੀ ਫੌਜ ਨਹੀਂ ਉੱਥੇ ਠਹਿਰ ਸਕੀ ਤੇ ਅਸੀਂ ਉਹਨਾਂ ਦੇ ਸਾਹਮਣੇ ਲੜ ਕੇ ਕੀ ਖਲੋਣਾ ਸੀ। ਪਿੱਛੇ ਤੇ ਪੁਨ ਧੂਮ ਉਠਾਈ। ਜਦੋਂ ਤੇਰੀ ਫੌਜ ਵਾਪਸ ਆ ਗਈ ਹਾਰ ਕੇ, ਪਿੱਛੋਂ ਉਹਨਾਂ ਨੇ ਹੋਰ ਧੂਮ ਪਾ ਦਿੱਤੀ। ਲੂਟ ਕੂਟ ਕਰ ਮਾਰ ਮਚਾਈ। ਉਹਨਾਂ ਨੇ ਲੁੱਟ ਖਸੁੱਟ ਕਰਕੇ ਸਾਰੇ ਨਗਰ ਉਜਾੜ ਦਿੱਤੇ। ਸਕਲ ਸੈਲ ਪਤ ਤਬਹ ਬਟੇਰੇ। ਫਿਰ ਅਸੀਂ ਸਾਰੇ ਪਹਾੜੀ ਰਾਜੇ ਇਕੱਠੇ ਹੋਏ। ਮੈਂ ਤਬ ਕਹਿਓ ਸੁਨੋ ਮਤ ਭੋਰੇ। ਮੈਂ ਸਾਰੇ ਰਾਜਿਆਂ ਨੂੰ ਸੱਦ ਕੇ ਆਖਿਆ, ਭੋਲੀ ਮਤ ਵਾਲਿਓ ਸੁਣੋ। ਦਲ ਵਧ ਤੋ ਨਿਤ ਸਿੰਘਨ ਕੇਰਾ। ਜਿਹੜਾ ਸਿੰਘਾਂ ਦਾ ਦਲ ਹੈ ਉਹ ਰੋਜ਼ ਵੱਧਦਾ ਜਾ ਰਿਹਾ, ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਨ੍ਹੋ ਇਰਾਦਾ ਧਰਿਓ ਬਡੇਰਾ। ਉਹਨਾਂ ਦਾ ਇਰਾਦਾ ਬੜਾ ਵੱਡਾ ਹੈ। ਰਾਜ ਲੈਨ ਕੀ ਉਰ ਮਹਿ ਇੱਛਾ। ਕਿਉਂਕਿ ਉਹਨਾਂ ਦਾ ਇਰਾਦਾ ਦਿੱਲੀ ਤਖਤ ਪੈ ਬਹੇਗੀ ਆਪ ਗੁਰੂ ਕੀ ਫੌਜ। ਇਹ ਇਰਾਦਾ ਰੱਖਦੇ ਨੇ, ਉਹ ਰਾਜ ਦਾ ਦਾਵਾ ਰੱਖਦੇ ਨੇ। ਕਿਉਂ ਬੈਠੇ ਤੁਮ ਕਰਤ ਨ ਪਿੱਛਾ। ਇਹ ਰਾਜੋ ਤੁਸੀਂ ਕਿਉਂ ਚੁੱਪ ਕਰਕੇ ਬੈਠੇ ਹੋ, ਕਿਉਂ ਨਹੀਂ ਉਹਨਾਂ ਦਾ ਪਿੱਛਾ ਕਰਦੇ। ਇਤਿਆਦਿਕ ਸਮਝਾਏ ਹਕਾਰੇ। ਇਦਾਂ ਸਾਰੇ ਪਹਾੜੀ ਰਾਜਿਆਂ ਨੂੰ ਮੈਂ ਸਮਝਾਇਆ ਸੱਦ ਕੇ। ਮਿਲੇ ਸਭਨ ਕੇ ਦਲ ਵੱਡ ਭਾਰੇ। ਸਾਡੀ ਸਾਰੀ ਫੌਜ ਅਸੀਂ ਇਕੱਠੀ ਕੀਤੀ, ਜਿੰਨੀ ਪਿੰਡਾਂ ਦੀ ਛੇੜ ਸੀ ਉਹ ਵੀ ਇਕੱਠੀ ਕੀਤੀ। ਬਹੁਤ ਸਾਰੇ ਰੰਗੜ ਗੁਜਰਾਂ ਨੂੰ ਇਕੱਠਿਆਂ ਕੀਤਾ। 22 ਧਾਰਨ ਕੀ ਠਕੁਰਾਈ। 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਨੂੰ ਅਸੀਂ ਸੱਦਿਆ। ਕੀਨ ਇਕੱਤਰ ਚਮੂ ਸਮੁਦਾਈ। ਉਹਨਾਂ ਦੀਆਂ ਜਿੰਨੀਆਂ ਫੌਜਾਂ ਸਨ ਉਹ ਵੀ ਨਾਲ ਇਕੱਠੀਆਂ ਕਰ ਲਈਆਂ। ਆਨ ਅਨੰਦਪੁਰ ਰਣ ਵੱਡ ਕਰਿਓ। ਔਰ ਆ ਕੇ ਅਸੀਂ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਜੰਗ ਕੀਤਾ ਗੁਰੂ ਜੀ ਨਾਲ। ਵੀਰ ਕੇਸਰੀ ਚੰਦ ਸੋ ਮਰਿਓ। ਸਾਡਾ ਬੜਾ ਵੱਡਾ ਜਰਨੈਲ ਸੀ ਰਾਜਾ ਕੇਸਰੀ ਚੰਦ ਬਾਦਸ਼ਾਹ। ਉਹ ਮੇਰਾ ਰਿਸ਼ਤੇ 'ਚ ਸਾਲਾ ਲੱਗਦਾ ਸੀ। ਮੈਂ ਆਪਣੀ ਘਰਵਾਲੀ ਨੂੰ ਹੁਣ ਤਾਈਂ ਮੂੰਹ ਨਹੀਂ ਵਿਖਾ ਸਕਦਾ। ਉਹਨੂੰ ਮੈਂ ਨਾਲ ਲੈ ਕੇ ਗਿਆ ਸੀ ਜੰਗ ਦੇ ਮੈਦਾਨ ਵਿੱਚ। ਉਹਦਾ ਸਿਰ ਹੀ ਵੱਢ ਕੇ ਲੈ ਗਏ, ਸਾਨੂੰ ਕੱਲਾ ਧੜ ਨਸੀਬ ਹੋਇਆ। ਉਹਦਾ ਸਿਰ ਹੀ ਨਹੀਂ ਪਤਾ ਲੱਗਾ ਉਹਦਾ ਕਿੱਥੇ ਗਿਆ। ਨੇਜੇ ਤੇ ਟੰਗ ਕੇ ਲੈ ਗਿਆ ਉਹਨਾਂ ਦਾ ਸਿੰਘ। ਕਾਇਲ ਸੁਪਟਨ ਗਿਣਤੀ ਨਾਹੇ। ਰਾਜੇ ਕੇਸਰੀ ਚੰਦ ਨੂੰ ਉਹਨਾਂ ਨੇ ਮਾਰ ਮੁਕਾਇਆ। ਵੱਡੇ ਵੱਡੇ ਝੂਲ ਦੇ ਮਸਤ ਹਾਥੀਆਂ ਦੇ ਮੱਥੇ ਪਾੜ ਕੇ ਉਹਨਾਂ ਨੇ ਭਜਾ ਦਿੱਤਾ। ਇੰਨੇ ਬਲੀ ਨੇ ਉਹ। ਔਰ ਜਿੰਨੇ ਸਾਡੇ ਸੂਰਮੇ ਘਾਇਲ ਤੇ ਜ਼ਖਮੀ ਹੋਏ ਨੇ ਉਹ ਹਾਲੇ ਤੱਕ ਆਪਣੇ ਘਰਾਂ ਦੇ ਵਿੱਚ ਪਏ ਤੜਫਦੇ ਨੇ। ਕਈਆਂ ਦੀਆਂ ਲੱਤਾਂ ਬਾਹਾਂ ਵੱਡੀਆਂ ਗਈਆਂ ਨੇ।
ਅਪਾਜ ਹੋਏ ਦੁੱਖ ਭੋਗ ਰਹੇ ਨੇ। ਮਰੇ ਹਜ਼ਾਰੋਂ ਰਣ ਕੇ ਮਾਹੇ, ਹਜ਼ਾਰਾਂ ਦੀ ਗਿਣਤੀ 'ਚ ਜੰਗ ਦੇ ਮੈਦਾਨ 'ਚ ਸਾਡੇ ਸੂਰਮੇ ਮਾਰੇ ਗਏ ਨੇ। ਬੜੇ ਬੜੇ ਜਰਨੈਲ ਸਨ, ਜਮਤੁੱਲਾ ਭਾਊ ਵਰਗੇ। ਵੱਡੀ ਮੁਹਿੰਮ ਗਿਰੇ ਸੁਨ ਰਹੀ, ਔਰ ਸਾਡੀ ਇਹ ਬੜੀ ਵੱਡੀ ਮੁਹਿੰਮ ਸੀ ਪਹਾੜੀ ਰਾਜਿਆਂ ਦੀ। ਨਹੀਂ ਪਰਾਜੈ ਸਤਿਗੁਰ ਲਹੀ, ਪਰ ਗੁਰੂ ਜੀ ਸਾਡੇ ਤੋਂ ਹਾਰੇ ਨਹੀਂ, ਉਹ ਸਾਡੇ ਸਾਹਮਣੇ ਪਰਾਜੈ ਨਹੀਂ ਹੋਏ। ਲੜੇ ਕਿਤਿਕ ਦਿਨ ਖਰਚਿਓ ਦਰਬਾਰ, ਔਰ ਏਦਾਂ ਅਸੀਂ ਲੜਦੇ ਰਹੇ ਕਈ ਦਿਨ, ਆਪਣਾ ਪੈਸਾ ਵੀ ਖਰਾਬ ਕੀਤਾ, ਬੰਦੇ ਵੀ ਮਰਵਾਏ। ਬਹੁ ਬਿਦ ਹਾਰ ਪਰੇ ਜਬ ਸਰਬਾਰ, ਜਦੋਂ ਕਈ ਪ੍ਰਕਾਰ ਨਾਲ ਅਸੀਂ ਯਤਨ ਕਰਦਿਆਂ ਹਾਰ ਗਏ, ਆਨ ਤੇਨ ਕੀ ਦੀਨ ਨਕਾਰਾ। ਫਿਰ ਅਖੀਰ ਨੂੰ ਅਸੀਂ ਉਹਨਾਂ ਨੂੰ ਗਾਂ ਦੀ ਸਹੁੰ ਦੇ ਕੇ ਆਨੰਦਪੁਰ ਸਾਹਿਬ ਛੁਡਾਇਆ। ਗਾਂ ਦੀ ਕਸਮ ਦੇ ਕੇ ਉਹਨਾਂ ਨੂੰ ਆਨੰਦਪੁਰ ਸਾਹਿਬ ਛੱਡਣ ਨੂੰ ਕਿਹਾ। ਨਿਕਸਿਓ ਗੁਰੂ ਬਜਾਏ ਨਗਾਰਾ, ਪਰ ਗੁਰੂ ਜੀ ਧਰਮੀ ਨੇ, ਉਹਨਾਂ ਨੇ ਗਾਂ ਦੀ ਆਨ ਨੂੰ ਮੰਨਿਆ ਤੇ ਫਿਰ ਆਨੰਦਪੁਰ ਸਾਹਿਬ ਛੱਡ ਕੇ ਨਗਾਰਾ ਵਜਾ ਕੇ ਗਏ। ਜੰਗ ਬਿਸਾਲ ਡਾਲ ਤਤਕਾਲਾ, ਫਿਰ ਵੀ ਅਸੀਂ ਜਦੋਂ ਗਏ, ਅਸੀਂ ਫਿਰ ਜੰਗ ਕੀਤਾ ਉਹਨਾਂ ਦੇ ਨਾਲ। ਬਾਹਰ ਆਇਆਂ ਨੂੰ ਰੜੇ ਦੇ ਉੱਤੇ ਵੀ ਅਸੀਂ ਜੰਗ ਲੜਿਆ। ਚਾਹੋਂ ਦਿਸ਼ ਘੇਰ ਲੀਨ ਮਿਲ ਜਾਲਾ, ਅਸੀਂ ਚਾਰੇ ਪਾਸਿਓਂ ਧੋਖਾ ਕਰਕੇ ਉਹਨਾਂ ਨੂੰ ਘੇਰ ਲਿਆ। ਲਿਖਿਓ ਆਪ ਕੋ ਪਹੁੰਚਿਓ ਜਬੈ, ਫਿਰ ਤੁਹਾਡੀ ਲਿਖਤ ਪਹੁੰਚ ਗਈ ਇੰਨੇ ਨੂੰ ਬਾਦਸ਼ਾਹ ਸਲਾਮਤ। ਸਿਰੰਦ ਕੋ ਸੂਬਾ ਚੜ ਤਬੈ, ਇੰਨੇ ਨੂੰ ਸਰਹੰਦ ਦਾ ਸੂਬੇਦਾਰ ਵੀ ਆ ਗਿਆ ਸਾਡੀ ਮਦਦ ਵਾਸਤੇ। ਮਿਲੀਆਨ ਕਰ ਸੈਨ ਮਹਾਨੀ, ਬੜੀ ਵੱਡੀ ਸੈਨਾ ਆ ਕੇ ਉੱਥੇ ਮਿਲ ਗਈ, ਇਕੱਠੀ ਹੋ ਗਈ। ਲਰਿਓ ਸਭਿਨ ਸਨ ਬਨ ਤਨ ਪਾਨੀ, ਗੁਰੂ ਜੀ ਸਾਰਿਆਂ ਨਾਲ ਲੜੇ, ਧਨੁਖਧਾਰੀ ਹੋ ਕਰਕੇ ਉਹਨਾਂ ਨੇ ਫਿਰ ਵੀ ਭੈ ਤੇ ਡਰ ਨਹੀਂ ਮੰਨਿਆ। ਸਨੇ ਸਨੇ ਸਤਦਰਵ ਕੇ ਪਾਰ, ਸਹਿਜੇ ਸਹਿਜੇ ਉਹ ਸਤਲੁਜ ਦਰਿਆ ਤੋਂ ਪਾਰ ਚਲੇ ਗਏ। ਗਮਨਿਓ ਜਾਏ ਥਿਰਿਓ ਤਿਸ ਬਾਰ, ਔਰ ਪਾਰਲੇ ਪਾਸੇ ਜਾ ਕੇ ਉਧਰ ਬਿਪੌਰ ਨਗਰ ਆ, ਉੱਥੇ ਟਿਕਾਣਾ ਕਰ ਲਿਆ। ਕੇਤਿਕ ਦਿਵਸ ਬਿਤਾਵਨ ਕਰੇ, ਔਰ ਉਧਰ ਹੀ ਬਾਹਰ ਉਹਨਾਂ ਨੇ ਕੁਝ ਦਿਨ ਬਤੀਤ ਕੀਤੇ। ਸਕਲ ਗਏ ਦਲ ਨਿਜ ਨਿਜ ਘਰੇ, ਜਦੋਂ ਸਾਰੇ ਰਾਜੇ ਅਸੀਂ ਆਪੋ ਆਪਣੇ ਘਰਾਂ ਨੂੰ ਚਲੇ ਗਏ, ਸੂਬਾ ਸਰਹੰਦ ਵੀ ਮੁੜ ਗਿਆ। ਪੁਨਿਓ ਚੱਕ ਚੜ ਕਰ ਤਤਕਾਲਾ, ਫਿਰ ਅਚਾਨਕ ਫਿਰ ਗੁਰੂ ਜੀ ਵਾਪਸ ਆਨੰਦਪੁਰ ਸਾਹਿਬ ਆ ਗਏ। ਉਤੋ ਗ੍ਰਾਮ ਕਲਮੋਟ ਬਿਸਾਲਾ, ਤੇ ਆਉਂਦਿਆਂ ਆਉਂਦਿਆਂ ਫਿਰ ਸੁੱਖ ਨਾਲ ਨਹੀਂ ਆਏ। ਰਾਹ ਵਿੱਚ ਸਾਡਾ ਇੱਕ ਨਗਰ ਹੈ ਕਲਮੋਟ। ਲੂਟ ਕੂਟ ਕਰ ਸਗਲ ਉਜਾਰੀ, ਉਹ ਕਲਮੋਟ ਨਗਰ ਉਹਨਾਂ ਨੇ ਲੁੱਟ ਖਸੁੱਟ ਕਰਕੇ ਸਾਰਾ ਨਗਰ ਉਜਾੜ ਦਿੱਤਾ। ਹਾਲਾਂਕਿ ਕਲਮੋਟ ਵਾਲਿਆਂ ਨੇ ਸੰਗਤ ਲੁੱਟੀ ਸੀ ਪਹਿਲਾਂ, ਇਸ ਕਰਕੇ ਉਹਨਾਂ ਨੂੰ ਦੰਡ ਦਿੱਤਾ ਸੀ। ਉਹ ਤਾਂ ਨਹੀਂ ਦੱਸਿਆ ਇਹਨਾਂ ਨੇ। ਕਹਿੰਦੇ ਜੀ ਜਦੋਂ ਵਾਪਸ ਆਏ ਗੁਰੂ ਜੀ ਤਾਂ ਉਹਨਾਂ ਨੇ ਆਉਂਦਿਆਂ ਆਉਂਦਿਆਂ ਕਲਮੋਟ ਨਗਰ ਮਾਰ ਦਿੱਤਾ। ਕੇਤਿਕ ਮਾਨਵ ਦੀਨ ਸਮਾਰੀ, ਕਈ ਬੰਦੇ ਉੱਥੋਂ ਦੇ ਮਾਰ ਦਿੱਤੇ ਨਗਰ ਦੇ। ਆਨੇ ਅਨੰਦਪੁਰ ਮਹਿ ਤਬ ਬਰਿਓ, ਔਰ ਆ ਕੇ ਸ੍ਰੀ ਆਨੰਦਪੁਰ ਸਾਹਿਬ ਚ ਗੁਰੂ ਜੀ ਪ੍ਰਵੇਸ਼ ਕਰ ਗਏ। ਉਦਮ ਅਧਿਕ ਉਠਾਵਨ ਕਰਿਓ, ਏਦਾਂ ਬੜਾ ਉਦਮ ਕੀਤਾ ਗੁਰੂ ਜੀ ਨੇ, ਬੜਾ ਜ਼ਿਆਦਾ ਫਤੂਰ ਪਾਇਆ ਹੋਇਆ ਸਾਡੀਆਂ ਰਿਆਸਤਾਂ ਵਿੱਚ। ਸਾਡੀ ਨੱਕ ਦਾ ਦਮ ਬਣੇ ਹੋਏ ਨੇ। ਦੁਐ ਉਮਰਾਵ ਪੰਥ ਮਹਿ ਆਵਤ, ਫਿਰ ਦੋ ਅਫਸਰ ਜਿਹੜੇ ਰਸਤੇ ਵਿੱਚ ਆਉਂਦੇ ਸਨ, ਅਸੀਂ ਉਹਨਾਂ ਨਾਲ ਸਲਾਹ ਕੀਤੀ। ਉਹ ਲਾਹੌਰ ਤੋਂ ਦਿੱਲੀ ਜਾਂਦੇ ਸੀ। ਲਰਿਓ ਤਿਨਹੋ ਸੋ ਬੈਰ ਬਧਾਵਤ, ਉਹਨਾਂ ਨਾਲ ਵੀ ਲੜਾਈ ਕੀਤੀ, ਜੰਗ ਕੀਤਾ। ਏਕ ਪਠਿਓ ਗੁਰ ਸੋ ਮਿਲ ਗਇਓ, ਇੱਕ ਜਿਹੜਾ ਭੇਜਿਆ ਉਹ ਸੈਦ ਬੇਗ, ਉਹ ਤਾਂ ਗੁਰੂ ਜੀ ਨਾਲ ਹੀ ਜਾ ਕੇ ਮਿਲ ਗਿਆ। ਆਪਣੇ ਦਲ ਨੂੰ ਛੱਡ ਕੇ ਗੁਰੂ ਜੀ ਦੇ ਨਾਲ ਹੀ ਜਾ ਰਲਿਆ। ਸੈਦ ਬੇਗ ਤਿਨ ਢਿਗ ਥਿਤ ਭਇਓ, ਉਹਦਾ ਨਾਮ ਸੈਦ ਬੇਗ ਸੀ, ਉਹ ਗੁਰੂ ਜੀ ਵੱਲ ਹੀ ਰਹਿ ਗਿਆ। ਹੁਣ ਸੁਣਿਆ ਉਹਨੇ ਗੁਰੂ ਸਾਹਿਬ ਜੀ ਤੋਂ ਆਪਣਾ ਆਪਾ ਨਿਛਾਵਰ ਕਰਕੇ ਸ਼ਹੀਦੀ ਪਾ ਲਈ ਹੈ। ਬਾਹਰ 1.25 ਲੱਖ ਸੈਨਾ ਸੰਗ, ਫਿਰ 1.25 ਲੱਖ ਸੈਨਾ ਨੂੰ ਨਾਲ ਲੈ ਕੇ ਸੈਦੇ ਖਾਨ ਗਿਆ। ਦਿਵਸ ਅਲਪ ਭੇ ਮਾਚਿਓ ਜੰਗ, ਹਾਲੇ ਕੁਝ ਦਿਨਾਂ ਦੀ ਗੱਲ ਹੈ, ਬਾਦਸ਼ਾਹ ਜੰਗ ਹੋਇਆ ਗੁਰੂ ਜੀ ਦਾ ਉਹਨਾਂ ਨਾਲ। ਸਭ ਰਾਜੇ ਮਿਲ ਕੇ ਤਿਸ ਕਾਲ, ਅਸੀਂ ਵੀ ਸਾਰੇ ਗਏ ਸੀ ਨਾਲ ਉਹਦੀ ਮਦਦ ਵਾਸਤੇ। ਅਸੀਂ ਸਾਰੇ ਰਾਜੇ ਉਹਨਾਂ ਦੀ ਮਦਦ ਵਾਸਤੇ ਪਹੁੰਚੇ ਸੀ। ਹੋਣ ਲਗਿਓ ਸੰਗਰਾਮ ਬੇਸਾਲ, ਬੜਾ ਭਿਆਨਕ ਸੰਗਰਾਮ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ। ਗੁਰੂ ਆਪ ਰਣ ਮੈਂ ਤਬ ਆਇਓ, ਗੁਰੂ ਜੀ ਆਪ ਜੰਗ ਦੇ ਮੈਦਾਨ ਵਿੱਚ ਅੱਗੇ ਚੱਲ ਕੇ ਆਏ। ਸੈਦ ਖਾਨ ਦੇਖਤ ਬਿਕਲਾਇਓ, ਸੈਦ ਖਾਨ ਨੇ ਜਦੋਂ ਉਹਨਾਂ ਦੇ ਦਰਸ਼ਨ ਕੀਤੇ, ਖਬਰੇ ਉਹਨੂੰ ਕੀ ਮਾਰ ਵੱਗੀ। ਇੱਕਦਮ ਤਲਵਾਰ ਸੱਟ ਕੇ ਘੋੜੇ ਤੋਂ ਲੱਥ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਣ ਲੱਗ ਪਿਆ। ਪਤਾ ਨਹੀਂ ਕੀ ਹੋਇਆ, ਅਚਾਨਕ ਉਹਦੇ ਤੇ ਕੀ ਖੇਡ ਵਰਤੀ। ਸ਼ਸਤਰ ਛੋਰ ਪਾਇਨ ਪਰ ਪਰਿਓ, ਸ਼ਸਤਰ ਸੱਟ ਕੇ ਸੈਦੇ ਖਾਨ
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਤੇ ਜਾ ਕੇ ਢਹਿ ਪਿਆ, ਉਹਨਾਂ ਦੇ ਚਰਨਾਂ ਤੇ ਜਾ ਕੇ ਪ੍ਰਣਾਮ ਕਰਨ ਲੱਗਾ। ਨਿਕਸ ਗਇਓ ਕੇ ਨਹੀਂ ਨਿਹਰਿਓ। ਪਤਾ ਨਹੀਂ ਕੀ ਹੋਇਆ, ਸਭ ਕੁਝ ਛੱਡ ਕੇ, 1.25 ਲੱਖ ਫੌਜ ਦੀ ਜਰਨੈਲੀ ਛੱਡ ਕੇ ਸੈਦ ਖਾਨ ਉਥੋਂ ਕਿਤੇ ਫਕੀਰ ਬਣ ਕੇ ਨਿਕਲ ਗਿਆ, ਚਲਿਆ ਗਿਆ, ਮੁੜ ਕੇ ਨਹੀਂ ਪਤਾ ਲੱਗਾ ਕਿੱਥੇ ਗਿਆ। ਹਮ ਹੋ ਜੰਗ ਕਰ ਲੂਟ ਮਚਾਈ। ਅਸੀਂ ਫਿਰ ਜੰਗ ਲੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਗਰ ਵਿੱਚ ਲੁੱਟ ਮਚਾਈ। ਅਸੀਂ ਜਾ ਕੇ ਹਮਲਾ ਕੀਤਾ ਗੁਰੂ ਜੀ ਤੇ। ਹਨਿਓ ਖਾਨ ਰਮਜ਼ਾਨ ਤਹਾਹੀ। ਬਾਦਸ਼ਾਹ ਤੇਰਾ ਇੱਕ ਜਰਨੈਲ ਸੀ ਰਮਜ਼ਾਨ ਖਾਨ, ਉਹਨੂੰ ਗੁਰੂ ਜੀ ਨੇ ਤੀਰ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤਾ, ਪਲਾਂ ਵਿੱਚ ਉਹਨੂੰ ਪਾਣੀ ਤੱਕ ਨਹੀਂ ਮੰਗਣ ਦਿੱਤਾ। ਲਸ਼ਕਰ ਹਟ ਆਇਓ ਪੁਨ ਉਰੇ। ਏਦਾਂ ਨਗਰ ਲੁੱਟ ਕੇ ਆਨੰਦਪੁਰ ਸਾਹਿਬ ਨੂੰ ਜਦੋਂ ਨਗਰ ਜਿੰਨਾ ਲਸ਼ਕਰ ਸੀ ਉਹ ਮੁੜ ਕੇ ਜਦੋਂ ਸਰਹੰਦ ਦੇ ਨੇੜੇ ਆ ਗਿਆ, ਹੋਏ ਬਟਪਾਰ ਸਿੰਘ ਤਬ ਪਰੇ। ਪਤਾ ਨਹੀਂ ਕੀ ਹੋਇਆ, ਸਿੰਘ ਫੇਰ ਇਕੱਠੇ ਹੋ ਕੇ ਆਏ ਮਗਰੋਂ, ਜਿਵੇਂ ਕੋਈ ਰਾਹ ਮਾਰ ਹੁੰਦਾ ਏਦਾਂ ਰਾਹ ਮਾਰਾਂ ਵਾਂਗੂ ਆ ਕੇ ਉਹ ਜਾਂਦੇ ਲਸ਼ਕਰ ਦੇ ਉੱਤੇ ਟੁੱਟ ਕੇ ਪੈ ਗਏ। ਉਹਨਾਂ ਦੀਆਂ ਸੁਧਾਂ ਭੁਲਾ ਕੇ ਰੱਖ ਦਿੱਤੀਆਂ, ਸਾਰਾ ਲਸ਼ਕਰ ਉਹਨਾਂ ਨੇ ਲੁੱਟ ਲਿਆ। ਨਾਸ਼ ਹਜ਼ਾਰੋਂ ਕੋ ਕਰ ਦੀਨ। ਔਰ ਹਜ਼ਾਰਾਂ ਦੀ ਗਿਣਤੀ ਦੇ ਸੂਰਮੇ ਉਹਨਾਂ ਨੇ ਰਾਹ ਦੇ ਵਿੱਚ ਹੀ ਮਾਰ ਕੇ ਮੁਕਾ ਦਿੱਤੇ, ਏਡੇ ਦਲੇਰ ਨੇ। ਸ਼੍ਰੀ ਗੋਬਿੰਦ ਸਿੰਘ ਇਮ ਬਲ ਪੀਨ। ਇਹ ਬਾਦਸ਼ਾਹ, ਇਹ ਹਾਲੇ ਤਾਂ ਕੁਝ ਗੱਲਾਂ ਹੀ ਦਸੀਆਂ ਨੇ ਤੈਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਾਰੇ, ਵੀ ਉਹ ਕਿੰਨੇ ਕੁ ਬਲੀ ਨੇ, ਉਹ ਕਿੰਨੇ ਕੁ ਯੋਧੇ ਨੇ, ਕਿੰਨੇ ਕੁ ਸੂਰਮੇ ਨੇ। ਹਮ ਹੋਏ ਦੁਖੀ ਪੁਕਾਰੂ ਆਏ। ਅਸੀਂ ਬੜੇ ਦੁਖੀ ਹੋ ਕੇ, ਬੜੇ ਦੁਖੀ ਦਿਲ ਦੇ ਨਾਲ ਤੇਰੇ ਕੋਲ ਪੁਕਾਰੂ ਬਣ ਕੇ ਆਏ ਹਾਂ। ਵੇਖੋ ਕੀ ਇੱਜ਼ਤ ਹੋਵੇਗੀ ਨਾ ਰਾਜਿਆਂ ਦੀ, ਆਪਣੀਆਂ ਰਿਆਸਤਾਂ ਵਿੱਚ ਰਾਜ ਕਰਨ ਵਾਲੇ ਰਾਜਿਆਂ ਦੀ ਦਸ਼ਾ, ਕਿ ਉੱਥੇ ਦੁੱਕੀ ਤਿੱਕੀ ਦੇ ਬੰਦੇ ਨਹੀਂ ਹੋਣੇ ਉਮਰਾਵ, ਜਿਨ੍ਹਾਂ ਨੂੰ ਰਿਸ਼ਵਤਾਂ ਦੇ ਕੇ ਬਾਦਸ਼ਾਹ ਨਾਲ ਮੁਲਾਕਾਤਾਂ ਕਰ ਰਹੇ ਨੇ। ਉਹਨਾਂ ਦੀਆਂ ਜੀਜੜੀਆਂ ਕੱਢ ਕੱਢ ਕੇ ਬਾਦਸ਼ਾਹ ਨਾਲ ਮੁਲਾਕਾਤ ਕੀਤੀ ਹੋਣੀ ਹੈ। ਫਿਰ ਬਾਦਸ਼ਾਹ ਅੱਗੇ ਕਿਵੇਂ ਸਿਰ ਨੀਵੇਂ ਕਰਕੇ ਖਲੋਤੇ ਨੇ, ਕੋਈ ਹੈ ਇਹਨਾਂ ਅੰਦਰ ਸ਼ਰਮ? ਕਾਹਦੇ ਰਾਜੇ ਨੇ? ਇਹ ਤਾਂ ਕੇਵਲ ਨਾਂ ਦੇ ਰਾਜੇ, ਗੁਲਾਮੀਆਂ ਸਨ ਇਹਨਾਂ ਦੇ ਅੰਦਰ। ਰਾਜੇ ਤਾਂ ਕਲਗੀਧਰ ਨੇ ਸਾਨੂੰ ਬਣਾਇਆ ਖਾਲਸੇ ਨੂੰ। ਭਾਵੇਂ ਮਸਤਾਨੀਆਂ ਦੀਵਾਨੀਆਂ ਫੌਜਾਂ ਹੋਣ, ਰੜੇ ਤੇ ਖਲੋਤੇ ਹੋਈਏ, ਘੋੜੇ ਦੀ ਕਾਠੀ ਦੇ ਉੱਤੇ ਬੈਠੇ ਵੀ ਸਿੰਘ ਰਾਜੇ ਨੇ। ਸਤਿ ਸ੍ਰੀ ਅਕਾਲ। ਰਾਜਾ ਉਹੀ ਨਹੀਂ ਹੁੰਦਾ ਜਿਹੜਾ ਕੇਵਲ ਬਾਹਰੀ ਤੌਰ ਤੇ ਰਾਜ ਮਾਣਦਾ, ਅੰਦਰੋਂ ਗੁਲਾਮ ਹੋਵੇ। ਰਾਜਾ ਉਹ ਹੈ ਜਿਹਨੇ ਅੰਦਰੋਂ ਕਦੇ ਗੁਲਾਮੀ ਨੂੰ ਸਵਕਾਰਿਆ ਹੀ ਨਾ ਹੋਵੇ, ਉਹ ਰਾਜਾ ਹੁੰਦਾ। ਗੁਰਦੇਵ ਨੇ ਐਸਾ ਰਾਜਾ ਬਣਾਇਆ ਖਾਲਸੇ ਨੂੰ। ਹੰਨੇ ਹੰਨੇ ਦੀ ਪਾਤਸ਼ਾਹੀ ਇਸੇ ਨੂੰ ਕਹਿੰਦੇ ਹਨ। ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਆ ਮਹਾਰਾਜ ਜੀ ਨੇ ਖਾਲਸੇ ਨੂੰ। ਇਸ ਕਰਕੇ ਹੁਣ ਵੇਖੋ ਕੀ ਦਸ਼ਾ ਇਹਨਾਂ ਰਾਜਿਆਂ ਦੀ। ਭਲਾ ਬਾਦਸ਼ਾਹ ਕੋਲ ਪੁਕਾਰਾਂ ਕਰਦੇ, ਕਹਿੰਦੇ ਜੀ ਅਸੀਂ ਬੜੇ ਦੁਖੀ ਦਿਲ ਨਾਲ ਤੁਹਾਡੇ ਕੋਲ ਪੁਕਾਰ ਕਰਨ ਆਏ ਆ। ਜੇ ਕਿਤੇ ਸਤਿਗੁਰਾਂ ਨਾਲ ਰਲ ਜਾਂਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰਾ ਰਾਜ ਭਾਗ ਲੈ ਕੇ ਇਹਨਾਂ ਨੂੰ ਹੀ ਬਖਸ਼ ਦੇਣਾ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ। ਪਰ ਇਹਨਾਂ ਦੇ ਭਾਗ ਮਾੜੇ, ਇਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਮਹਾਰਾਜ ਜੀ ਦੀ ਸੰਗਤ ਨਹੀਂ ਪਾਈ। ਕਿਉਂਕਿ ਗਧੇ ਨੂੰ ਚੰਦਨ ਲਾਈਏ ਨਾ, ਉਹਨੂੰ ਚੰਦਨ ਦੀ ਕਦਰ ਦਾ ਨਹੀਂ ਪਤਾ ਹੁੰਦਾ। ਉਹਨੇ ਜਾ ਕੇ ਜਿੱਥੇ ਗੰਦ ਦੀ ਰੂੜੀ ਹੁੰਦੀ ਆ ਉੱਥੇ ਪਲਸੇਟੇ ਮਾਰਨੇ ਹੁੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਦਾ ਸੰਗ ਇਹਨਾਂ ਗਧਿਆਂ ਨੂੰ ਕਿੱਥੇ ਪਾਉਣਾ ਸੀ। ਗਰੀਬ ਨਵਾਜ ਪਾਤਸ਼ਾਹ ਜੀ ਦੇ ਖਿਲਾਫ ਪੁਕਾਰਾਂ ਕਰਦੇ ਨੇ ਬਾਦਸ਼ਾਹ ਕੋਲ। ਕਹਿੰਦੇ ਬਾਦਸ਼ਾਹ ਅਸੀਂ ਬੜੇ ਦੁਖੀ ਹੋ ਕੇ ਤੇਰੇ ਕੋਲ ਪੁਕਾਰੂ ਬਣ ਕੇ ਆਏ ਹਾਂ। ਹਤ ਹੋ ਗਹ ਹੋ ਦਲ ਪਟ ਸਮੁਦਾਏ। ਤੁਸੀਂ ਜਿਵੇਂ ਕਿਵੇਂ ਕਰੋ, ਜਾਂ ਗੁਰੂ ਜੀ ਨੂੰ ਮਾਰੋ, ਜਾਂ ਉਹਨਾਂ ਦੇ ਉੱਤੇ ਦਲ ਭੇਜੋ, ਜਾਂ ਉਹਨਾਂ ਨੂੰ ਪਕੜ ਕੇ ਇੱਥੇ ਆਪਣੇ ਕੋਲ ਮੰਗਾਵੋ। ਸਾਡੇ ਵਾਸਤੇ ਇਸ ਤਰ੍ਹਾਂ ਦਾ ਕੋਈ ਕੰਮ ਕਰੋ। ਦੋਹਰਾ ਭੀਮ ਚੰਦ ਕਰ ਬੰਦ ਕੈ ਭਨਿਓ ਸਕਲ ਅਹਵਾਲ। ਏਦਾਂ ਭੀਮ ਚੰਦ ਨੇ ਨਾਲੇ ਹੱਥ ਜੋੜੇ ਨੇ, ਨਾਲੇ ਜੀਜੜੀਆਂ ਕੱਢ ਕੱਢ ਕੇ ਮਿੰਨਤਾਂ ਕੀਤੀਆਂ ਨੇ। ਜਿਵੇਂ ਦੰਦ ਜੇ ਨਹੀਂ ਕੱਢ ਕੇ ਜੀ 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 ਕਰਦਿਆਂ, ਏਦਾਂ ਜੀਜੜੀਆਂ ਜੀਆਂ ਕੱਢ ਕੇ ਬਾਦਸ਼ਾਹ ਦੇ ਕੋਲ ਇਹਨੇ ਆਪਣਾ ਸਾਰਾ ਅਹਿਵਾਲ ਦੱਸਿਆ। ਤੁਮ ਮਾਲਕ ਹਮਰੇ ਸਦਾ
ਕਰਹੁ ਆਪ ਪ੍ਰਤਪਾਲ। ਕਹਿੰਦੇ ਬਾਦਸ਼ਾਹ ਤੂੰ ਸਾਡਾ ਮਾਲਕ ਹੈ, ਸਦਾ ਸਾਡਾ ਮਾਲਕ ਤੂੰ ਹੈ, ਔਰ ਤੂੰ ਸਾਡੀ ਪਾਲਣਾ ਕਰਨੀ ਹੈ, ਤੂੰ ਸਾਡੀ ਪ੍ਰਤਪਾਲਣਾ ਕਰਨੀ ਹੈ। ਤੂੰ ਸਾਡਾ ਮਾਲਕ ਹੈ। ਜਿਨ੍ਹਾਂ ਦਾ ਮਾਲਕ ਇਹੋ ਜਿਹਾ ਮਲੇਛ ਹੋਵੇ, ਇਹੋ ਜਿਹੀ ਭੈੜੀ ਬਿਰਤੀ ਵਾਲਾ, ਉਹ ਆਪ ਕਿਹੋ ਜਿਹੇ ਹੋਣਗੇ। ਸਾਹਿਬ ਜਿਸ ਦਾ ਨੰਗਾ ਭੁੱਖਾ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਜਿਹਦਾ ਮਾਲਕ ਨੰਗਾ ਭੁੱਖਾ ਹੋਵੇ, ਨੁਰੰਗੇ ਵਰਗਾ, ਉਹਦੇ ਨੌਕਰਾਂ ਦੀ ਕੀ ਦਸ਼ਾ ਹੋਣੀ ਸੀ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰਖਲਾਫ ਪੁਕਾਰਾਂ ਕਰ ਰਹੇ ਨੇ। ਇਧਰ ਦਸਮ ਪਿਤਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਆਪਣੇ ਖਾਲਸੇ ਨੂੰ ਸક્ષਮ ਕਰ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 हे अच्युत हे पार ब्रह्म अबनासी अगनास हे पुरन हे सर्वमय पंजन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे है पी हो बनहार हे संत कै सदा संग निधारा आधार ठाकुर हो दासरो मैं निर्गुण गुण नहीं कोई नानक दीजै नाम दान राखो हिया परो आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु नाम जहाज है चढ़े सो उतरे पार जो शरदा कर सेवंदे गुर पार उतारन हार वाहिगुरु जी का खालसा वाहिगुरु जी की फतेह।